ਜਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਮੈਂ KP ਸਿੰਘ ਤੇ ਅਮਰਤਪਾਲ ਸਿੰਘ ਦੀ ਗੱਲ ਹੋ ਗਈ। ਅਮਰਤਪਾਲ ਸਿੰਘ ਦੇ ਆਲੇ ਦੁਆਲੇ ਸਾਰੀ ਬਹਿਸ ਘੁੰਮਦੀ ਪਈ ਹੈ। ਅਮਰਤਪਾਲ ਸਿੰਘ ਅਜਨਾਲਾ ਕਾਂਡ, ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਤੱਕ ਇਹ ਮੁੱਦਾ ਪਹੁੰਚਦਾ ਹੈ ਤੇ ਅਸਲਾ ਲਾਇਸੈਂਸ ਰੱਦ ਹੋਣ ਦੇ ਮਾਮਲੇ ਉੱਤੇ ਅਮਰਤਪਾਲ ਸਿੰਘ ਦੇ ਬਿਆਨ ਹੁੰਦੇ ਆ। ਸਾਡਾ ਸਵਾਲ ਇਹੀ ਹੈ ਕਿ ਸਾਰੇ ਐੜੇ ਨਾਲ ਜਿਹੜੇ ਸਵਾਲ ਸ਼ੁਰੂ ਹੋ ਰਹੇ ਆ, ਅੱਗੇ ਕੀ ਹੋਵੇਗਾ। ਅਸਲ ਲਾਇਸੈਂਸ ਦੇ ਮੁੱਦੇ ਤੇ ਅਮਰਤਪਾਲ ਸਿੰਘ ਨੇ ਖੁਦ ਬਿਆਨ ਦਿੱਤਾ ਹੈ। ਕੌਮੀ ਇਨਸਾਫ ਮੋਰਚੇ ਵਿੱਚ ਵੀ ਅਜਨਾਲਾ ਕਾਂਡ ਤੇ ਬਿਆਨ ਆਇਆ ਤੇ ਉਸ ਤੋਂ ਇਲਾਵਾ ਸਬ ਕਮੇਟੀ ਦੀ ਰਿਪੋਰਟ ਜਦੋਂ ਪੇਸ਼ ਹੁੰਦੀ ਹੈ, ਉਹ ਤਿੰਨੇ ਬਿਆਨ ਪਹਿਲਾਂ ਦਿਖਾਉਂਦੇ, ਉਸ ਤੋਂ ਬਾਅਦ ਚਰਚਾ ਸ਼ੁਰੂ ਕਰਾਂਗੇ। ਉਹ ਫਿਰ ਅਸੀਂ ਇਹਦੀ ਸਰਕਾਰੀ ਤੇ ਅਸੀਂ ਕਦੇ ਵੀ ਨਹੀਂ ਲੈਂਦੇ। ਉਹ ਫਿਰ ਪੰਥ ਮੌਕੇ ਤੇ ਅਸੀਂ ਫੈਸਲਾ ਕਰਾਂਗੇ ਵੀ ਕੀ ਕਰਨਾ ਹੈ। ਕੋਈ ਗੱਲ ਨਹੀਂ, ਉਹ ਫਿਰ ਸਰਕਾਰ ਨੂੰ ਵੀ ਫਿਰ ਜਦੋਂ ਭਾਈਦਿਆਂ ਨੂੰ ਕਹਿੰਦੇ ਵਾਣ ਇੱਕੋ ਜਿਹੇ ਹੁੰਦੇ ਆ। ਇਹਨਾਂ ਨੇ ਜੇ ਫੈਸਲਾ ਕੀਤਾ ਵੀ ਸਿੱਖਾਂ ਨੂੰ ਨਿਹੱਥੇ ਕਰਨਾ ਤੇ ਸਿੱਖਾਂ ਨੇ ਫਿਰ ਸਾਰੀ ਉਮਰ ਨਿਹੱਥੇ ਤੇ ਸਾਨੂੰ ਨਹੀਂ ਉਹ ਕਰ ਸਕਦਾ। ਅਸੀਂ ਆਪਣੀ ਸਿਕਿਉਰਿਟੀ ਕਰਨਾ। ਤੁਸੀਂ ਸਾਡਾ ਇੱਦਾਂ ਦੇਖੋ, ਹੁਣ ਤੁਸੀਂ ਸਾਡੇ ਨਾਲ ਖਲੋਤੇ ਜੋ, ਤੁਸੀਂ ਸਾਡੇ ਨਾਲ ਖੜੇ ਜੋ, ਤੁਸੀਂ ਸਵੇਰੇ ਕੁਝ ਕਰਦੇ ਹੋ ਤੇ ਉਹਦੀ ਜ਼ਿੰਮੇਵਾਰੀ ਅਸੀਂ ਥੋੜੀ ਚੱਕਾਂਗੇ। ਮਤਲਬ ਇਹ ਤੇ ਮੈਨੂੰ ਲੱਗਦਾ ਵੀ ਸਰਕਾਰਾਂ ਬਦਨਾਮ ਕਰਨੀ, ਸ਼ਾਸਨ ਕਰਨੀ। ਅਸੀਂ ਭਾਈ ਅਮਰਤਪਾਲ ਸਿੰਘ ਦਾ ਸਤਿਕਾਰ ਕਰਦੇ ਹਾਂ। ਉਹ ਕੌਮ ਦੀ ਲੜਾਈ ਲੜ ਰਹੇ ਹੈ। ਫਿਰ ਵੀ ਜਾਣੇ ਅਣਜਾਣੇ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਉਹਦੀ ਮਾਫੀ ਵੀ ਮੰਗਦਾ ਮੈਂ ਨਿੱਜੀ ਤੌਰ ਤੇ। ਸੋ ਸੰਗਤਾਂ ਨੂੰ ਇਸ ਪ੍ਰਤੀ ਸੁਚੇਤ ਹੋ ਜਾਣਾ ਚਾਹੀਦਾ। ਉਹਦੇ ਨਾਲ ਕੌਮੀ ਇਨਸਾਫ ਮੋਰਚੇ ਦਾ ਕੋਈ ਸੰਬੰਧ ਨਹੀਂ। ਮੈਂ ਉਸ ਦੇ ਬਿਆਨ ਨੂੰ ਕੰਡੈਮ ਕਰਦਾ। ਦੇਖੋ, ਅਮਰਤਪਾਲ ਸਿੰਘ ਤੋਂ ਪਹਿਲਾਂ ਵੀ ਅਨੇਕਾਂ ਜਿਹੜੇ ਸਿੰਘ ਨੇ ਉਹ ਆਪਣੇ ਆਪਣੇ ਢੰਗ ਦੇ ਨਾਲ ਸੰਘਰਸ਼ ਕਰਦੇ ਰਹੇ ਨੇ, ਗਾਂ ਵੀ ਕੀਤਾ ਜਾਣਾ। ਲੇਕਿਨ ਸਾਡਾ ਸਵਾਲ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ, ਤੇ ਅਦਬ ਸਤਿਕਾਰ ਦੇ ਵਿੱਚ ਜਿੰਨੇ ਵੀ ਸਾਡੇ ਸਿੱਖ ਵੀਰ ਹੈਗੇ ਆ, ਚਾਹੇ ਭਾਈ ਅਮਰਤਪਾਲ ਸਿੰਘ ਨੇ, ਚਾਹੇ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਆਪਣੇ ਆਪਣੇ ਢੰਗ ਦੇ ਨਾਲ, ਉਹਨਾਂ ਨੂੰ ਕੀ ਆਦੇਸ਼ ਦੇਣਗੇ ਸਿੰਘ ਸਾਹਿਬ ਜੀ, ਇਹ ਫੈਸਲਾ ਉਹਨਾਂ ਨੇ ਕਰਨਾ। बड़ा सवाल ਅਸੀਂ ਇਹ ਪੁੱਛ ਰਹੇ ਹਾਂ ਕਿ ਪੰਥ ਤੋਂ ਪੋਲਿਟਿਕਸ ਤੱਕ ਅਮਰਤਪਾਲ ਸਿੰਘ ਜ਼ਰੀਏ ਕਿਹੜਾ ਏਜੰਡਾ ਸੈੱਟ ਹੋ ਰਿਹਾ ਹੈ। ਇਸ ਸਵਾਲ ਤੇ ਚਰਚਾ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਉਹਨਾਂ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਹਰਸਿਮਰਤ ਸਿੰਘ ਸਿੱਖ ਬੁੱਧੀਜੀਵੀ ਨੇ, ਸਿੱਖ ਸਕਾਲਰ ਨੇ। ਹਰਸਿਮਰਤ ਸਿੰਘ ਜੀ ਅਮਰਤਪਾਲ ਸਿੰਘ ਦੇ ਸਪੋਰਟਰ ਵੀ ਨੇ। ਹਰਸਿਮਰਤ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਨਾਲ ਖੁਦ ਵਕੀਲ ਵੀ ਨੇ। ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ ਅਮਰ ਸਿੰਘ ਚਾਲ ਕੌਮੀ ਇਨਸਾਫ ਮੋਰਚੇ ਦੀ ਨੁਮਾਇੰਦਗੀ ਕਰਦੇ ਆ ਤੇ ਇਹ ਸੰਘਰਸ਼ ਦੇ ਸਭ ਤੋਂ ਵੱਡੇ ਜਿਹੜੇ ਥੰਮ ਮੰਨੇ ਜਾਂਦੇ ਅਮਰ ਸਿੰਘ ਚਾਲ, ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਮਰਤਪਾਲ ਸਿੰਘ ਦੇ ਮੁੱਦੇ ਤੇ ਹੁਣ ਮੋਰਚੇ ਦਾ ਸਟੈਂਡ ਕੀ ਹੈ। ਚਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਤਲਵਿੰਦਰ ਸਿੰਘ ਬੁੱਟਰ ਸੀਨੀਅਰ ਜਰਨਲਿਸਟ ਨੇ ਤੇ ਸਬ ਕਮੇਟੀ ਜਿਹੜੀ ਬਣੀ ਸੀ ਉਹਦੇ ਵਿੱਚ ਵੀ ਇਹ ਸ਼ਾਮਲ ਸੀ, ਤੇ ਇਹਨਾਂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂ ਕਿ ਅਮਰਤਪਾਲ ਸਿੰਘ ਦੇ ਆਲੇ ਦੁਆਲੇ ਕਿਹੜਾ ਏਜੰਡਾ ਕੌਣ ਸੈੱਟ ਕਰਦਾ ਪਿਆ। ਤਲਵਿੰਦਰ ਸਿੰਘ ਬੁੱਟਰ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਅਮਰ ਸਿੰਘ ਚਾਲ ਤੁਹਾਨੂੰ ਕਰਨਾ ਚਾਹੂੰਗਾ। ਚਾਲ ਸਾਹਿਬ, ਅਮਰਤਪਾਲ ਸਿੰਘ ਦੇ ਆਲੇ ਦੁਆਲੇ ਕਿਹੜਾ ਏਜੰਡਾ ਸੈੱਟ ਕੀਤਾ ਜਾ ਰਿਹਾ? ਪੰਥਕ ਧਿਰਾਂ ਵੀ ਕਰਦੀਆਂ ਪਈਆਂ, ਪੋਲੀਟੀਕਲ ਧਿਰਾਂ ਵੀ ਕਰਦੀਆਂ ਪਈਆਂ। ਚਾਲ ਸਾਹਿਬ ਦੇਖੋ, ਜਿਹੜੇ ਅਮਰਤਪਾਲ ਸਿੰਘ ਦਾ ਵਿਰੋਧ ਕਰਦੇ ਨੇ ਨਿੱਕੀ ਨਿੱਕੀ ਗੱਲ ਤੇ, ਉਹ ਕੋਈ ਸਾਰਥਕ ਨਹੀਂ ਹੈਗਾ, ਨਾ ਉਹਨਾਂ ਨੂੰ ਕਰਨਾ ਚਾਹੀਦਾ ਹੈ। ਉਹਦਾ ਆਪਣਾ ਗੋਲ ਹੈ, ਆਪਣਾ ਇੱਕ ਉਹਦਾ ਏਮ ਹੈ ਜਿਹਨੂੰ ਉਹ ਬੜੀ ਸਫਲਤਾ ਨਾਲ ਕਰ ਰਿਹਾ ਹੈ। ਇਹ ਗੱਲ ਨੂੰ ਸਾਰੇ ਲੋਕ ਭੁੱਲ ਜਾਂਦੇ ਨੇ ਵੀ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ 3 ਰਾਜ ਫੇਲ ਹੋ ਗਏ। ਜਿਹੜੇ ਕਹਿੰਦੇ ਸੀ ਵੀ ਅਸੀਂ ਜਿਹੜਾ ਜੀ ਚਿੱਟਾ ਹੈ ਜਾਂ ਡਰੱਗਸ ਨੇ ਉਹ ਕੁਝ ਦਿਨਾਂ 'ਚ ਚਾਹੇ ਮਹੀਨਿਆਂ 'ਚ ਹੀ ਖਤਮ ਕਰ ਦੇਵਾਂਗੇ, ਲੇਕਿਨ ਸਾਰੇ ਫੇਲ ਹੋ ਗਏ। ਅਮਰਤਪਾਲ ਸਿੰਘ ਨੂੰ ਕੋਈ ਸਰਕਾਰੀ ਫੰਡ ਨਹੀਂ ਮਿਲਦੇ ਤੇ ਉਹਨਾਂ ਸਾਰਿਆਂ ਨੂੰ ਜ਼ਿਆਦਾ ਇਫੈਕਟਿਵਲੀ ਬੜੀ ਧਾਰਨਾ ਨਾਲ ਉਹਨਾਂ ਦੀ ਜਿਹੜੀ ਹੈ ਉਹ ਕਰ ਰਿਹਾ ਹੈ। ਨੌਜਵਾਨ ਜਿਹੜੇ ਜਿਨ੍ਹਾਂ ਨੂੰ ਉਹ ਛਡਾਉਂਦਾ ਹੈ ਨਸ਼ਾ, ਉਹ ਅੰਮ੍ਰਿਤਧਾਰੀ ਬਣ ਕੇ ਤੇ ਬੜੇ ਸੋਹਣੇ ਆਲਾ ਆਪਣਾ ਜੀਵਨ ਜਿਹੜਾ ਹੈ ਉਹ ਬਸਰ ਕਰਨ ਲੱਗ ਪੈਂਦੇ ਨੇ। ਜਿਸ ਘਰ ਦੇ ਵਿੱਚ ਉਹਨਾਂ ਦਾ ਬੱਚਾ ਡਰੱਗ ਲੈਣੀਆਂ ਛੱਡ ਦਿੰਦਾ ਹੈ, ਉਸ ਘਰ ਦੀ ਜਿਹੜੀ ਹੈ ਫਿਜ਼ਾ ਹੀ ਬਦਲ ਜਾਂਦੀ ਹੈ। ਕਿੱਥੇ ਮਾਤਾ ਪਿਤਾ ਉਸ ਬੱਚੇ ਨੂੰ ਕਹਿੰਦੇ ਵੀ ਇਹ ਮਰ ਜਾਏ ਚੰਗਾ ਹੈ ਜਦੋਂ ਉਹ ਨਸ਼ਾ ਲੈਂਦਾ ਹੈ, ਤੇ ਜਦੋਂ ਨਸ਼ਾ ਛੱਡ ਕੇ ਆਪਣੇ ਪਰਿਵਾਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਹੈਗੀ ਆ ਖੁਸ਼ੀ ਵਾਪਸ ਆ ਜਾਂਦੀ ਹੈ। ਬਜ਼ੁਰਗ ਮਾਤਾ ਪਿਤਾ ਨੂੰ ਪੁੱਤਰ ਮਿਲ ਜਾਂਦਾ ਹੈ, ਘਰ ਵਾਲੀ ਨੂੰ ਆਪਣਾ ਜਿਹੜਾ ਹੈ ਘਰ ਵਾਲਾ ਮਿਲ ਜਾਂਦਾ ਹੈ, ਤੇ ਬੱਚਿਆਂ ਨੂੰ ਆਪਣਾ ਮਿਲ ਜਾਂਦਾ ਹੈ। ਨਹੀਂ, ਚਾਲ ਸਾਹਿਬ ਅਮਰਤਪਾਲ ਐਸਜੀਪੀਸੀ ਤੋਂ ਵੀ ਉੱਪਰ ਹੋ ਗਿਆ, ਸਰਕਾਰ ਤੋਂ ਵੀ ਉੱਪਰ ਹੋ ਗਿਆ। ਅਮਰਤਪਾਲ ਸਿੰਘ ਇਹੋ ਜਿਹਾ ਏਜੰਡਾ ਸੈੱਟ ਕਰਦਾ ਪਿਆ।
ਹਾਂ, ਜਿੱਥੋਂ ਤੱਕ ਡਰੱਗ ਦਾ ਖਤਮ ਕਰਨਾ ਹੈ ਉਹ ਸਭ ਤੋਂ ਇਸ ਵੇਲੇ ਉੱਤਮ ਹੋ ਗਿਆ। ਇਹ ਦੀ ਕੰਟਰੀਬਿਊਸ਼ਨ ਪੰਜਾਬ ਦੀ ਹਿਸਟਰੀ ਦੇ ਵਿੱਚ ਲਿਖੀ ਜਾਏਗੀ ਕਿ ਇੱਕ ਇਕੱਲਾ ਆਦਮੀ ਸੀ ਜਿਹਨੇ ਡਰੱਗ ਦੇ ਖਿਲਾਫ ਏਡਾ ਵੱਡਾ ਜਦੋਜਹਿਦ ਕੀਤਾ, ਜਦੋਂ ਕਿ ਬਾਕੀ ਸਾਰੀਆਂ ਸਾਡੀਆਂ ਰਾਜਨੀਤਿਕ, ਧਾਰਮਿਕ, ਜਿਹੜੀਆਂ ਸਮਾਜੀ ਤੌਰ ਤੇ ਸੰਸਥਾਵਾਂ ਸਾਰੀਆਂ ਬੁਰੀ ਤਰ੍ਹਾਂ ਫੇਲ ਹੋ ਗਈਆਂ। ਤੇ ਫਿਰ ਤੁਹਾਡੇ ਆਗੂ ਨੇ ਅਮਰਤਪਾਲ ਸਿੰਘ ਤੇ ਬਿਆਨ ਕਿਉਂ ਦਿੱਤਾ? ਇਹ ਤੁਸੀਂ ਛੱਡ ਦਿਓ, ਉਹਨਾਂ ਨੇ ਬਿਆਨ ਦਿੱਤਾ। ਇਹ ਸਾਡੀ ਜਿਹੜੀ ਹੈਗੀ ਆ ਘਰੋਗੀ ਗੱਲ ਹੈ। ਜੇ ਕੋਈ ਬਿਆਨ ਦੇ ਦਿੰਦੇ ਤੇ ਇਹਦਾ ਮਤਲਬ ਨਹੀਂ ਉਹ ਸਾਡੇ ਖਿਲਾਫ ਹੋ ਗਏ ਨੇ। ਉਹ ਮੋਰਚੇ ਦੀ ਬੜੀ ਤਕੜੀ ਉਹ ਜਿਹੜੀ ਆ ਉਹ ਸਹਾਰਨਾ ਦਿੰਦੇ ਨੇ ਮੋਰਚੇ ਨੂੰ, ਔਰ ਮੋਰਚਾ ਉਹਨਾਂ ਦੇ ਜਿਹੜੇ ਕੰਮ ਚੰਗੇ ਕਰ ਰਹੇ ਨੇ ਉਹਦੀ ਸਲੋਤਾ ਕਰਦਾ ਹੈ। ਇਵੇਂ ਨਿੱਕੀ ਨਿੱਕੀ ਗੱਲ ਤੇ ਲੋਕੀ ਕੰਟਰੋਵਰਸੀ ਪੈਦਾ ਕਰਨੀ ਚਾਹੁੰਦੇ, ਜਿਹੜੀ ਕਿ ਅਸੀਂ ਇਸ ਗੱਲ ਨੂੰ ਬਿਲਕੁਲ ਮਾਨਤਾ ਨਹੀਂ ਦਿੰਦੇ। ਅਸੀਂ ਭਾਈਚਾਰੇ ਦੇ ਤੌਰ ਤੇ ਜੇ ਕੋਈ ਸਾਡਾ ਨਿੱਕਾ ਮੋਟਾ ਵਖਰੇਵਾ ਹੁੰਦਾ ਅਸੀਂ ਬੈਠ ਕੇ ਉਹਦਾ ਫੈਸਲਾ ਕਰ ਲੈਂਦੇ। ਚਲੋ ਤੁਸੀਂ ਬਲਵਿੰਦਰ ਸਿੰਘ ਹਰਾਂ ਨੂੰ ਮਨਾ ਲਿਆ ਚਾਲ ਸਾਹਿਬ? ਬਿਲਕੁਲ 100% ਬਲਵਿੰਦਰ ਸਿੰਘ ਨੂੰ ਅਸੀਂ ਜਥੇਦਾਰ ਸਾਹਿਬ ਨਾਲ ਮਿਲ ਕੇ ਜਿਹੜੀ ਗੱਲ ਹੋਈ ਆ ਉਹਦਾ ਵਿਧੀਪੂਰਵਕ ਤੌਰ ਤੇ ਫੈਸਲਾ ਕਰ ਲਿਆ ਏ। ਅੱਜ ਮੈਂ ਉੱਥੇ ਹੀ ਰਿਹਾ ਹਾਂ, ਮੀਟਿੰਗ ਹੋਈ ਹੈ ਸਾਡੀ, ਜਿਹੜੀ ਸਾਡੀ ਕੋਰ ਕਮੇਟੀ ਪੰਜਾਂ ਆਦਮੀਆਂ ਦੀ। ਉਹਨਾਂ ਨੇ ਵੇਖ ਲਿਆ ਵੀ ਕਿੱਥੇ ਗਲਤੀ ਸੀ, ਕਿਸ ਨੇ ਗਲਤੀ ਕੀਤੀ, ਉਹਦੀ ਗਲਤੀ ਉਹਨੇ ਮਹਿਸੂਸ ਕਰਵਾ ਕੇ ਅਸੀਂ ਮੋਰਚੇ ਦੀ ਅੱਗੇ ਚੜ੍ਹਦੀ ਗੱਲ ਵਾਲੀ ਜਿਹੜੀ ਹੈ ਕਦਮ ਪੁੱਟ ਰਹੇ ਹਾਂ। ਬਲਵਿੰਦਰ ਸਿੰਘ ਤਾਲਮੇਲ ਕਮੇਟੀ 'ਚ ਰਹਿਣਗੇ? ਹਾਂ ਬਿਲਕੁਲ ਰਹਿਣਗੇ ਜੀ। ਚਲੋ ਠੀਕ ਹੈ, ਮੈਂ ਵਾਪਸ ਆਊਂਗਾ ਤੁਹਾਡੇ ਕੋਲੇ। ਤਰਨਜੀਤ ਸਿੰਘ ਬੁੱਟਰ, ਮੈਂ ਪਹਿਲਾਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਸਬ ਕਮੇਟੀ ਦੀ ਰਿਪੋਰਟ ਹੈ ਜਿਹੜੀ ਅਮਰਤਪਾਲ ਦੇ ਇਰਦ ਗਿਰਦ ਸੀ ਜਾਂ ਨਹੀਂ? ਦੇਖੋ, ਜਿਹੜੀ ਅਕਾਲ ਤਖਤ ਸਾਹਿਬ ਨੇ ਜਿਹੜੀ ਸਾਨੂੰ ਚਿੱਠੀ ਭੇਜੀ ਆ, ਜਿਹਦੇ ਵਿੱਚ ਮੈਂਬਰ ਵਜੋਂ ਉਹਨਾਂ ਨੇ ਸਾਨੂੰ ਸ਼ਾਮਲ ਕੀਤਾ, ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਧਰਨਿਆਂ, ਮੁਜ਼ਾਹਰਿਆਂ, ਰੋਸ ਪ੍ਰਦਰਸ਼ਨਾਂ ਜਾਂ ਕਬਜ਼ੇ ਵਾਲੀਆਂ ਥਾਵਾਂ ਤੇ ਲਿਜਾਉਣ ਸੰਬੰਧੀ ਜਿਹੜਾ ਕੁਝ ਢੁਕਵੀਂ ਨੀਤੀ ਤੈਅ ਕਰਨ ਦੇ ਲਈ ਜਿਹੜੀ ਇਹ ਵੱਖ-ਵੱਖ ਵਿਚਾਰਾਂ ਨੂੰ ਉਹਨਾਂ ਨੇ ਮੰਗਿਆ ਸੀਗਾ। ਉਹਦੇ ਵਿੱਚ ਕੋਈ ਪਾਰਟੀਕੂਲਰ ਅਜਨਾਲਾ ਘਟਨਾ ਦਾ ਜ਼ਿਕਰ ਨਹੀਂ ਸੀ, ਕੋਈ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਨਹੀਂ ਸੀਗਾ। ਉਹਦੇ ਵਿੱਚ ਇੱਕ ਮੁੱਦੇ ਵੱਲ ਸਿੱਧਤ ਸੀਗਾ ਕਿ ਕਿਉਂਕਿ ਇਹ ਗੱਲ ਭਾਈ ਅਮਰਤਪਾਲ ਤੱਕ ਸੀਮਤ ਨਹੀਂ ਆ, ਨਾ ਹੀ ਇਹ ਅਜਨਾਲੇ ਕਾਂਡ ਤੱਕ ਸੀਮਤ ਹੈ। ਇਹ ਪਹਿਲਾਂ ਤੋਂ ਵੀ ਚੱਲਦਾ ਆਇਆ ਕਿ ਧਰਨੇ। ਨਹੀਂ ਬੁੱਟਰ ਸਾਹਿਬ, ਥੋੜਾ ਮੈਨੂੰ ਕਲੀਅਰ ਕਰ ਦਿਓ। ਬੁੱਟਰ ਸਾਹਿਬ ਮੈਨੂੰ ਥੋੜਾ ਕਲੀਅਰ, ਜਿਹੜੀ ਤੁਸੀਂ ਰਿਪੋਰਟ ਸੌਂਪੀ ਆ ਉਹਦੇ ਵਿੱਚ ਅਜਨਾਲੇ ਦਾ ਜ਼ਿਕਰ ਹੋਇਆ, ਅਮਰਤਪਾਲ ਸਿੰਘ ਦਾ ਜ਼ਿਕਰ ਹੋਇਆ ਜਾਂ ਨਹੀਂ ਸਰ ਮਿਸਟਰ ਬੁੱਟਰ? ਦੇਖੋ, ਇਸ ਬਾਰੇ ਜਿਹੜਾ ਹੈ ਨਾ, ਮੈਂ ਦੇਖੋ ਮੈਂ ਵੈਸੇ ਇੱਕ ਜਰਨਲਿਸਟ ਵੀ ਆ, ਪਰ ਉਸ ਕਮੇਟੀ ਦੇ ਵਿੱਚ ਮੈਨੂੰ ਇੱਕ ਬਤੌਰ ਮੈਂਬਰ ਸ਼ਾਮਲ ਕੀਤਾ ਤੇ ਮੇਰਾ ਧਰਮ ਵੀ ਬਣਦਾ ਕਿ ਜਿਹੜੀ ਕਮੇਟੀ ਦੀ ਰਿਪੋਰਟ ਆ, ਜਦ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਨਹੀਂ ਨਸ਼ਰ ਕਰਦੇ, ਉਹਦੇ ਸਬੰਧ ਚ ਨਹੀਂ ਮੈਂ ਕੁਝ ਕਹਿ ਸਕਦਾ। ਚਲੋ ਨਾ ਕਹੋ ਬੁੱਟਰ ਸਾਹਿਬ, ਨਾ ਕਹੋ। ਚਲੋ ਠੀਕ ਹੈ, ਤੁਸੀਂ ਕਹਿੰਦੇ ਵੀ ਤੁਹਾਨੂੰ ਅਲਾਉ ਨਹੀਂ ਹੈਗਾ, ਤੁਸੀਂ ਨਾ ਕਹੋ। ਬੁੱਟਰ ਸਾਹਿਬ, ਮੇਰਾ ਇੱਕ ਸਵਾਲ ਦਾ ਜਵਾਬ ਦੇ ਦਿਓ। ਜਥੇਦਾਰ ਸਾਹਿਬ ਜਦੋਂ ਇਹ ਸਾਰੀ ਘਟਨਾ ਹੁੰਦੀ ਉਸ ਤੋਂ ਬਾਅਦ ਸਬ ਕਮੇਟੀ ਦਾ ਗਠਨ ਕਰਦੇ ਆ, ਫਿਰ ਕਹਿਣ ਲੱਗੇ ਘਬਰਾਉਂਦੇ ਕਿਉਂ? ਅਜਨਾਲਾ ਕਾਂਡ ਕਰਕੇ ਕਮੇਟੀ ਦਾ ਗਠਨ ਕੀਤਾ, ਕਿਉਂ ਘਬਰਾਹਟ ਹੈ? ਨਹੀਂ ਦੇਖੋ, ਆਪਣੇ ਕੇਪੀ ਜੀ ਜਿਹੜੀ ਜਥੇਦਾਰ ਬੇਤਰਤੇ ਦੇ ਬਾਰੇ ਜਥੇਦਾਰ ਸਾਹਿਬ ਹੀ ਦੱਸ ਸਕਦੇ ਆ ਕਿ ਉਹ ਕਿਹੜੀ ਗੱਲ ਤੇ ਕਿਉਂ ਬੋਲਦੇ, ਕਿਉਂ ਨਹੀਂ ਬੋਲਦੇ। ਪਰ ਜਿਹੜੀ ਕਮੇਟੀ ਬਣਾਈ ਹੈ ਨਾ, ਇਹ ਅਸੀਂ ਮੀਡੀਆ ਨੇ ਇੱਕ ਉਹਨੂੰ ਇਸ ਤਰ੍ਹਾਂ ਦਾ ਰੂਪ ਦੇਤਾ ਕਿ ਉਹ ਪਤਾ ਨਹੀਂ ਉਹਨੇ ਅਮਰਤਪਾਲ ਸਿੰਘ ਨੂੰ ਕੋਈ ਪੰਥ ਚੋਂ ਸ਼ੇਖ ਦੇਣਾ ਆ, ਜਾਂ ਪਤਾ ਨਹੀਂ ਉਹਨੂੰ ਅਮਰਤਪਾਲ ਸਿੰਘ ਤੇ ਸਾਰੀ ਗਾਜ ਸੁੱਟ ਦੇਣੀ ਆ। ਇਹ ਗੱਲ ਨਹੀਂ, ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਤੁਸੀਂ ਉਦੋਂ ਵੀ ਵਿੱਚੋਂ ਕੱਟਤੀ ਸੀ ਗੱਲ ਇਹ ਆ ਕਿ ਭਾਈ ਅਮਰਤਪਾਲ ਸਿੰਘ ਤੋਂ ਪਹਿਲਾਂ ਵੀ ਇਹ ਰੁਝਾਨ ਜਿਹੜਾ ਵਾ ਚੱਲਦਾ ਰਿਹਾ ਕਿ ਇੱਕ ਵਾਰ ਕਾਫੀ ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ, ਇੱਕ ਵਾਰ ਬੇਰੁਜ਼ਗਾਰ ਅਧਿਆਪਕ ਚੰਡੀਗੜ੍ਹ ਧਰਨਾ ਲਾ ਰਹੇ ਸੀਗੇ ਤੇ ਉਦੋਂ ਵੀ ਉਹਨਾਂ ਨੇ ਜਦੋਂ ਕਾਫੀ ਲੰਬੀ ਐਜੀਟੇਸ਼ਨ ਚੱਲੀ ਤੇ ਮਹਾਰਾਜ ਦਾ ਸਰੂਪ ਵੀ ਲੈ ਕੇ ਚੱਲ ਗਏ ਸੀ ਤੇ ਉਸ ਵੇਲੇ ਉਹਨਾਂ ਦੀ ਕਾਫੀ ਨੁਕਤਾਚੀਨੀ ਹੋਈ ਸੀਗੀ। ਤੇ ਉਸ ਤੋਂ ਇਲਾਵਾ ਵੀ ਸਮੇਂ-ਸਮੇਂ ਤੇ ਕਬਜ਼ੇ ਕਰਨ ਲਈ ਵੱਖ-ਵੱਖ ਥਾਵਾਂ ਤੇ ਜ਼ਮੀਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਹਾਰਾਜ ਦਾ ਪ੍ਰਕਾਸ਼ ਕਰ ਲੈਂਦੇ ਲੋਕ। ਸੋ ਮੈਨੂੰ ਲੱਗਦਾ ਜਿਹੜੀ ਕਮੇਟੀ ਬਿਠਾਈ ਆ ਉਹ ਜਥੇਦਾਰ ਸਾਹਿਬ ਨੇ ਇੱਕ ਵੱਡੇ ਉਦੇਸ਼ ਨੂੰ ਸਿੱਧਤ ਰੱਖਿਆ। ਚਲੋ ਬੁੱਟਰ ਸਾਹਿਬ ਠੀਕ ਹੈ, ਤੁਹਾਡੀ ਗੱਲ ਸਮਝ ਗਿਆ। ਬੁੱਟਰ ਸਾਹਿਬ, ਮੈਂ ਤੁਹਾਡੀ ਗੱਲ ਸਮਝ ਗਿਆ। ਬੁੱਟਰ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ, ਉਸ ਤੋਂ ਮੈਂ ਬ੍ਰੇਕ ਲਵਾਂਗਾ। ਬੁੱਟਰ ਸਾਹਿਬ, ਉਹ ਹੋਰ ਮੀਡੀਆ ਆਊਗਾ ਜਿੰਦੇ ਵਿੱਚ ਅਮਰਤਪਾਲ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ ਹੋਊਗਾ। ਇਹ ਮੀਡੀਆ ਕਹਿ ਰਿਹਾ ਹੈ, ਜਿੱਥੇ ਅਸੀਂ ਗੱਲਬਾਤ ਕਰਦੇ ਪਏ ਹਾਂ, ਕਿ ਅਮਰਤਪਾਲ ਸਿੰਘ ਨੂੰ ਇਸ ਸਬ ਕਮੇਟੀ ਦੀ ਰਿਪੋਰਟ ਤੋਂ ਬਾਅਦ ਕੋਈ ਫਰਕ ਨਹੀਂ ਪੈਣ ਵਾਲਾ। ਬੁੱਟਰ ਸਾਹਿਬ ਲਾ ਦਿਓ ਮੋਹਰ। ਨਹੀਂ, ਮੈਂ ਕੇਪੀ ਜੀ ਉਹੀ ਗੱਲ ਕਰਦਾ, ਅਮਰਤਪਾਲ ਸਿੰਘ ਨੂੰ ਫਰਕ ਤਾਂ ਪਵੇਗਾ ਜੇ ਕਮੇਟੀ ਦਾ ਏਜੰਡਾ ਅਮਰਤਪਾਲ ਹੋਵੇ। ਚਲੋ ਥੈਂਕ ਯੂ। ਮੈਂ ਇੱਕ ਛੋਟਾ ਬ੍ਰੇਕ ਲੈ ਲਾਂ ਮਿਸਟਰ ਬੁੱਟਰ, ਮੈਂ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਊਂਗਾ। ਅਮਰਪਾਲ ਸਿੰਘ ਦੇ ਇਰਦ ਗਿਰਦ ਕਿਹੜੀ ਸਿਆਸਤ ਹੈ ਜਾਂ ਕਿਹੜੀਆਂ ਧਿਰਾਂ ਜਿਹੜੀਆਂ ਉਹ ਆਪਦਾ ਏਜੰਡਾ ਸੈੱਟ ਕਰਨ 'ਚ ਲੱਗੀਆਂ ਹੋਈਆਂ? ਵਾਪਸ ਆ ਰਹੇ, ਇਹੀ ਸਵਾਲ ਹੈ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ, ਪੰਥ ਤੋਂ ਪੋਲਿਟਿਕਸ ਤੱਕ ਅਮਰਤਪਾਲ ਸਿੰਘ ਜ਼ਰੀਏ ਕਿਹੜਾ ਏਜੰਡਾ ਸੈੱਟ ਹੋ ਰਿਹਾ। ਮੈਂ ਹਰਸਿਮਰਤ ਸਿੰਘ ਜੀ ਤੁਹਾਡੇ ਕੋਲ ਆਖਿਰ ਵਿੱਚ ਆਊਂਗਾ। ਮੈਂ ਧਾਰਨੀ ਸਾਹਿਬ,
ਅਮਰਤਪਾਲ ਸਿੰਘ ਨੇ ਸਾਰੀਆਂ ਧਿਰਾਂ ਨੂੰ ਫਸਾਤਾ ਕਿ ਮੇਰੇ ਵਿਰੁੱਧ ਨਾ ਬੋਲੋ, ਚਾਹੇ ਮੈਂ ਜੋ ਮਰਜ਼ੀ ਗਲਤ ਕਰਾਂ ਸਹੀ ਕਰਾਂ, ਜੋ ਮਰਜ਼ੀ ਕਰਾਂ। ਧਾਰਨੀ ਸਾਹਿਬ ਨਹੀਂ, ਇਹਦੇ 'ਚ ਮੇਰੇ ਹਿਸਾਬ ਨਾਲ ਫਸਾਉਣ ਵਾਲੀ ਜਾਂ ਨਾ ਫਸਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਜਿੱਥੇ ਤੱਕ ਅੱਜ ਜਿਵੇਂ ਇਹਨਾਂ ਨੇ ਦੱਸਿਆ ਤਲਵਿੰਦਰ ਸਿੰਘ ਉਹਨਾਂ ਨੇ, ਇਹ ਬੜਾ ਕਲੀਅਰ ਜਿਹਾ ਸਵਾਲ ਹੈਗਾ ਕਿ ਹਰ ਪਾਸੇ ਚਰਚਾ ਹੋ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਹੈਗਾ ਉਹਨਾਂ ਨੇ ਥਾਣੇ ਵੱਲ ਨੂੰ ਲੈ ਕੇ ਗਏ, ਜਿਸ ਦੀ ਹਰ ਪਾਸੇ ਚਾਹੇ ਨੈਸ਼ਨਲ ਲੈਵਲ ਤੇ ਚਾਹੇ ਇੰਟਰਨੈਸ਼ਨਲ ਲੈਵਲ ਤੇ ਨਿੰਦਾ ਹੋਈ। ਔਰ ਨਿੰਦਾ ਹੋਣ ਤੋਂ ਬਾਅਦ ਪੰਥਕ ਧਿਰਾਂ ਆਪਸ ਦੇ ਵਿੱਚ ਜੁੜੀਆਂ, ਅਕਾਲ ਤਖਤ ਸਾਹਿਬ ਤੇ ਮਸਲਾ ਪਹੁੰਚਿਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇੱਕ ਕਮੇਟੀ ਬਣਾਈ। ਜੋ ਕਮੇਟੀ ਦੀ ਰਿਪੋਰਟ ਆਊਗੀ ਉਹ ਰਿਪੋਰਟ ਹੈ ਜਿਹੜੀ ਸਭ ਦੇ ਸਾਹਮਣੇ ਨਸ਼ਰ ਹੋ ਜੂਗੀ। ਜੋ ਉਹਦੇ ਵਿੱਚ ਉਹ ਆਦੇਸ਼ ਕਰਨਗੇ ਉਹ ਜਿਹੜਾ ਹੈਗਾ, ਜਿਹੜੇ ਮੰਨਣ ਵਾਲੇ ਆ ਉਹ ਮੰਨ ਸਕਦੇ ਆ, ਜਿਹੜੇ ਨਹੀਂ ਮੰਨਣਾ ਚਾਹੁੰਦੇ ਨਾ ਮੰਨਣ। ਅਕਾਲੀ ਦਲ ਦਾ ਵੀ ਸਟੈਂਡ ਮੈਨੂੰ ਸਪਸ਼ਟ ਨਜ਼ਰ ਨਹੀਂ ਆ ਰਿਹਾ। ਧਾਰਨੀ ਸਾਹਿਬ, ਤੁਹਾਡੇ ਕੁਝ ਲੀਡਰ ਕੁਝ ਹੋਰ ਕਹਿੰਦੇ ਆ, ਕੁਝ ਲੀਡਰ ਕੁਝ ਹੋਰ ਕਹਿੰਦੇ ਆ, ਗੋਲਮੋਲ ਕਿਉਂ ਘੁੰਮਦੇ ਪਏ? ਸਟੈਂਡ ਕਿਉਂ ਨਹੀਂ ਸਾਫ਼ ਹੈਗਾ? ਧਾਰਨੀ ਸਾਹਿਬ, ਮੈਂ ਧਾਰਨੀ ਸਾਹਿਬ ਸਿੱਧਾ ਸਵਾਲ ਕਰ ਦਿੰਦਾ। ਧਾਰਨੀ ਸਾਹਿਬ, ਮੇਰਾ ਸਵਾਲ ਲੈ ਲਓ। ਧਾਰਨੀ ਸਾਹਿਬ, ਜਿਹੜਾ ਅਮਰਤਪਾਲ ਸਿੰਘ ਨੇ ਕਿਹਾ ਜਿਹੜੇ ਉਹਨਾਂ ਦੇ ਸਾਥੀਆਂ ਦੇ ਲਾਇਸੈਂਸ ਰੱਦ ਕੀਤੇ ਗਏ, ਅਸਲਾ ਲਾਇਸੈਂਸ, ਉਹਦੇ ਤੇ ਅਕਾਲੀ ਦਲ ਦਾ ਸਟੈਂਡ ਕੀ ਹੈ? ਦੇਖੋ, ਜੇ ਕਿਸੇ ਦਾ ਲਾਇਸੈਂਸ ਗਲਤ ਹੈਗਾ, ਰੱਦ ਕੀਤਾ ਗਿਆ, ਉਹ ਸਭ ਮੇਰੇ ਵੀ ਆਪਣਾ ਰੱਦ ਹੋਇਆ ਹੈਗਾ, ਫਿਰ ਇਸ ਤੇ ਕੀ ਗੱਲ ਹੈਗੀ ਆ? ਜੇ ਕੋਈ ਤਰੁੱਟੀ ਹੈਗੀ ਆ ਜਾਂ ਕਮੀ ਹੈਗੀ ਆ ਜਾਂ ਇਹ ਸਰਕਾਰ ਦਾ ਪ੍ਰੀਵਿਊ ਹੈਗਾ, ਸਰਕਾਰ ਨੇ ਦੇਖਣਾ ਕਿ ਉਹਦੇ ਵਿੱਚ ਉਹਨਾਂ ਨੇ ਕੀ ਫੈਸਲਾ ਲੈਣਾ ਕੀ ਨਹੀਂ ਲੈਣਾ। ਇਹਦੇ ਚ ਅਕਾਲੀ ਦਲ ਦਾ ਤਾਂ ਕੋਈ ਤਲਕ ਹੈ ਸਰ। ਜਦੋਂ ਅਮਰਤਪਾਲ ਸਿੰਘ ਦਾ ਇਹ ਬਿਆਨ ਹੁੰਦਾ ਧਾਰਨੀ ਸਾਹਿਬ, ਉਹ ਕਹਿੰਦੇ ਵੀ ਸਿੱਖਾਂ ਨੂੰ ਨਿਹੱਥੇ ਕਰਨਾ ਚਾਹੁੰਦੀ ਸਰਕਾਰ, ਉਦੋਂ ਕਿਉਂ ਨਹੀਂ ਬੋਲਦਾ ਅਕਾਲੀ ਦਲ? ਬੋਲੇ ਨਾ। ਬਿਲਕੁਲ ਨਹੀਂ। ਦੇਖੋ, ਇਸ ਦੇ ਉੱਤੇ ਅੱਜ ਤੱਕ ਤਖਤ ਦੇ ਜਥੇਦਾਰ ਸਾਹਿਬ ਨੇ ਜਿਹੜਾ ਹੈਗਾ ਬਿਲਕੁਲ ਕਲੀਅਰ ਬਿਆਨ ਦਿੱਤਾ ਹੈਗਾ ਕਿ ਸਿੱਖਾਂ ਨੂੰ ਹਥਿਆਰ ਰੱਖਣੇ ਚਾਹੀਦੇ ਆ, ਸਿੱਖਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਇਸ ਗੱਲ ਤੇ ਮੈਂ ਬਿਲਕੁਲ ਮੁਨਕਰ ਨਹੀਂ ਹੈਗਾ। ਪਰ ਜੇ ਅਸੀਂ ਇੱਕ ਕਾਨੂੰਨ ਦੇ ਥੱਲੇ ਰਹਿੰਦੇ ਹੈਗੇ ਆ ਤਾਂ ਉਸ ਕਾਨੂੰਨ ਦੇ ਮੁਤਾਬਕ ਸਾਨੂੰ ਲਾਇਸੈਂਸ ਵੀ ਲੈਣੇ ਪੈਣਗੇ। ਸਾਨੂੰ ਵੈਲਿਡ ਲਾਇਸੈਂਸ, ਜੇ ਲਾਇਸੈਂਸ ਕਿਸੇ ਦਾ ਬਣਦਾ ਹੈਗਾ ਤਾਂ ਉਹਦਾ ਜਿਹੜਾ ਹੈਗਾ ਕਰੈਕਟਰ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈਗਾ ਕਿ ਉਹਦਾ ਕੋਈ ਜਿਹੜਾ ਹੈਗਾ ਇਲੀਗਲ ਕਿਸੇ ਤਰ੍ਹਾਂ ਦਾ ਉਹਨਾਂ ਦੀ ਇਨਵੋਲਵਮੈਂਟ ਤਾਂ ਨਹੀਂ ਹੈਗੀ ਕਿਸੇ ਕੇਸਾਂ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ। ਸੋ ਇਟ ਇਜ਼ ਬਿਟਵੀਨ ਦਾ ਗਵਰਨਮੈਂਟ ਐਂਡ ਅਮਰਤਪਾਲ। ਧਾਰਨੀ ਸਾਹਿਬ, ਅਮਰਤਪਾਲ ਸਿੰਘ ਬਾਰੇ ਜਦੋਂ ਇਹ ਖਬਰ ਆਉਂਦੀ ਹੈ ਕਿ ਅਮਰਤਪਾਲ ਸਿੰਘ ਨੂੰ ਥ੍ਰੈਟ ਹੈ ਤੇ ਅਮਰਤਪਾਲ ਸਿੰਘ ਕਹਿੰਦਾ ਮੈਂ ਸਰਕਾਰੀ ਸੁਰੱਖਿਆ ਲੈਣੀ ਨਹੀਂ, ਧਾਰਨੀ ਸਾਹਿਬ ਦੇਖੋ, ਇਹ ਤਾਂ ਅਮਰਤਪਾਲ ਸਿੰਘ ਉਹ ਨਹੀਂ ਕਹਿ ਸਕਦੇ ਹੈਗੇ ਉਹਨਾਂ ਨੇ ਕਿ ਲੈਣੀ ਹੈ ਜਾਂ ਨਹੀਂ ਲੈਣੀ। ਅਮਰਤਪਾਲ ਸਿੰਘ ਦਾ ਦੇਖੋ, ਜਿਸ ਤਰ੍ਹਾਂ ਨਾ ਇਹਨਾਂ ਨੇ ਗੱਲ ਕੀਤੀ ਹੈਗੀ ਆ ਸਰਦਾਰ ਅਮਰ ਸਿੰਘ ਚਹਿਲ, ਉਹਨਾਂ ਨੇ ਦੇਖੋ ਉਹਨਾਂ ਦਾ ਆਪਣਾ ਗੋਲ ਹੈਗਾ। ਜਿੱਥੇ ਤੱਕ ਗੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਕਹਿ ਚੁੱਕੇ ਆ, ਜੇ ਉਹ ਨਸ਼ਾ ਛਡਾਉਂਦੇ ਆ ਤਾਂ ਚੰਗੀ ਗੱਲ ਹੈ, ਜੇ ਉਹ ਬੱਚਿਆਂ ਨੂੰ ਅੰਮ੍ਰਿਤਧਾਰੀ ਕਰਦੇ ਆ ਤਾਂ ਬਹੁਤ ਚੰਗੀ ਗੱਲ ਹੈਗੀ ਆ। ਪਰ ਜੇ ਕੋਈ ਕੁਐਸਚਨ ਉੱਠਿਆ ਤਾਂ ਉਹ ਕਿਤੇ ਨਾ ਕਿਤੇ ਕੁਐਸਚਨ ਉੱਠਿਆ ਜਿਹੜਾ ਕੁਐਸਚਨ ਹਰ ਬੰਦਾ ਉਠਾਉਂਦਾ ਹੈ ਕਿ ਉਹ ਅਜਨਾਲੇ ਜਦੋਂ ਉਹਦੇ ਵਿੱਚ ਗਏ ਉਸ ਟਾਈਮ ਦੇ ਉੱਤੇ ਉਹਨਾਂ ਨੇ ਅਜਨਾਲੇ ਜਦੋਂ ਉਹ ਗਏ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਲੀਗਲ ਹੈ ਜਾਂ ਇਲੀਗਲ ਹੈ, ਇਹ ਸਰਕਾਰ ਦੇਖਣਾ ਹੀ ਆ ਕਿ ਉਹ ਇਲੀਗਲ ਹੋਇਆ ਕਿ ਨਹੀਂ ਹੋਇਆ। ਇੱਕ ਗੱਲ ਮੇਰੀ ਬੜੀ ਕਲੀਅਰ ਹੈ, ਸਿੱਧਾ ਕਹੋ ਨਾ ਧਾਰੀ ਸਾਹਿਬ, ਸਿੱਧਾ ਸਟੈਂਡ ਕਿਉਂ ਨਹੀਂ ਲੈਂਦੇ? ਪਾਲਕੀ ਸਾਹਿਬ ਨੂੰ ਲਿਜਾਣਾ ਗਲਤ ਸੀ ਜਾਂ ਸਹੀ? ਸਰ, ਤੁਸੀਂ ਕਿਹੜਾ ਕਮੇਟੀ ਚੋਂ ਜਿਹੜੇ ਨਹੀਂ ਬੋਲ ਸਕਦੇ? ਮੇਰੀ ਬਤੌਰ ਸਿੱਖ ਮੇਰੀ ਸਮਝ ਦੇ ਵਿੱਚ ਗਲਤ ਹੈ। ਬਤੌਰ ਅਕਾਲੀ ਦਲ ਸਪੋਕਸਪਰਸਨ ਗਲਤ ਹੈ, ਸਹੀ ਹੈ? ਬਿਲਕੁਲ ਬਿਲਕੁਲ ਗਲਤ ਹੈ। ਚਲੋ, ਹਰਸਿਮਰਨ ਸਿੰਘ ਜੀ, ਚਾਹਲ ਸਾਹਿਬ ਵੀ ਕਹਿ ਰਹੇ ਆ ਅਮਰਤਪਾਲ ਦਾ ਆਪਦਾ ਗੋਲ ਹੈ, ਧਾਰਨੀ ਸਾਹਿਬ ਵੀ ਕਹਿ ਰਹੇ ਆ ਕਿ ਚਾਹਲ ਸਾਹਿਬ ਨੇ ਜੋ ਕਿਹਾ ਉਹ ਸਹੀ ਗੱਲ ਹੈ। ਮੇਰਾ ਸਵਾਲ ਹੈ ਹਰਸਿਮਰਨ ਸਿੰਘ ਜੀ, ਅਮਰਤਪਾਲ ਦੇ ਗੋਲ ਦੇ ਜਰੀਏ ਕੋਈ ਹੋਰ ਗੋਲ ਤਾਂ ਨਹੀਂ ਕਰਨ ਦੀ ਤਿਆਰੀ 'ਚ ਹੈਗਾ? ਹਰਸਿਮਰਨ ਸਿੰਘ ਜੀ ਦੇਖੋ, ਕੇਪੀ ਸਿੰਘ ਜੀ, ਇਸ ਲਈ ਅਮਰਤਪਾਲ ਸਿੰਘ ਦਾ ਜੋ ਫਿਨੋਮੀਨਨ ਪਿਛਲੇ 7 ਮਹੀਨੇ ਤੋਂ ਲਗਭਗ ਚੱਲ ਰਿਹਾ ਹੈ, ਉਹਦੇ ਵਿੱਚ ਅਮਰਤਪਾਲ ਸਿੰਘ ਦੀ ਕਈ ਤਰ੍ਹਾਂ ਦੀ ਬਹੁਤ ਪਰਤੀ ਸ਼ਖਸੀਅਤ ਦੇ ਤੌਰ ਤੇ ਸਾਹਮਣੇ ਆਇਆ ਹੈ। ਇੱਕ ਉਹ ਸੋਸ਼ਲ ਰਿਫਾਰਮਿਸਟ ਹੈ, ਧਾਰਮਿਕ ਪ੍ਰਚਾਰਕ ਹੈ, ਰਾਜਨੀਤਿਕ ਸਿਧਾਂਤਵੇਤਾ ਹੈ, ਮਿਲੀਟੈਂਟ ਮਾਈਂਡ ਵਾਲਾ ਬੰਦਾ ਹੈ ਔਰ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਇੱਕ ਮਾਸ ਲੀਡਰ ਹੈ, ਇੱਕ ਰੈਲਿੰਗ ਪੁਆਇੰਟ ਬਣ ਗਿਆ ਹੋਇਆ ਹੈ। ਤੁਸੀਂ ਅਮਰਤਪਾਲ ਸਿੰਘ ਅੱਜ ਮਾਰਚ ਜਦੋਂ ਸ਼ਿਕਾਰ ਜਾ ਰਿਹਾ ਤੇ ਇਹਨੂੰ ਇੰਟਰਪ੍ਰੀਟ ਕਰਨ ਵਾਸਤੇ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦਾ ਮਾਪਦੰਡ ਲੈਣਾ ਪਏਗਾ। ਅਮਰਤਪਾਲ ਨੂੰ ਪੋਲੀਟੀਕਲ ਅਮਰਤਪਾਲ ਇਨਵੋਲਵ ਕਰੋ। ਤੁਸੀਂ ਪੋਲੀਟੀਕਲ ਅਮਰਤਪਾਲ ਸਿੰਘ ਕੀ ਹੈ? ਉਹ ਇੱਕ ਆਈਡੀਓਲੋਜੀ ਲੈ ਕੇ ਆਇਆ, ਉਹ ਇੱਕ ਵਿਚਾਰ ਲੈ ਕੇ ਆਇਆ, ਉਹਦਾ ਡਿਬੇਟ ਚਲਾਓ, ਪੋਲੀਟੀਕਲ ਡਿਬੇਟ ਚਲਾਓ।
ਦੇਖੋ ਇਹ ਜਿਹੜੇ ਮੁੱਦੇ ਨੇ ਅੰਮ੍ਰਿਤਪਾਲ ਦੇ ਨਾਲ ਜੁੜੇ ਹੋਏ, ਚਾਹੇ ਉਹ ਅਸਲੇ ਦਾ ਹੈ, ਚਾਹੇ ਅੰਮ੍ਰਿਤ ਜਨਾਲੇ ਦਾ ਹੈ, ਚਾਹੇ ਹੋਰ ਹੈ, ਇਹਦੇ ਬਾਰੇ ਬਹੁਤ ਇੱਕ ਨੈਗੇਟਿਵ ਕੰਪੇਨ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ, ਹੋਰ ਇਸ਼ੂਜ਼ ਬੜੇ ਨੇ। ਮੈਂ ਸਮਝਦਾ ਨੈਗੇਟਿਵ ਨੈਰੇਟਿਵ ਪਿਛਲੇ 7 ਮਹੀਨੇ ਤੋਂ ਵਿਦਵਾਨਾਂ ਵੱਲੋਂ, ਰਾਜਨੀਤਿਕਾਂ ਵੱਲੋਂ, ਔਰ ਜਿਹੜੇ ਖੱਬੇ ਪੱਖੀ ਰਾਜਨੀਤਿਕ ਨੇ, ਵਿਦਵਾਨ ਵੀ ਨੇ, ਉਹਨਾਂ ਵੱਲੋਂ ਜੋ ਸਿਰਜਿਆ ਜਾ ਰਿਹਾ ਹੈ, ਉਹਦੇ 'ਚ ਸਗੋਂ ਉਹ ਹੋਰ ਵੱਡਾ ਹੋ ਗਿਆ। ਨਹੀਂ ਹਰਸਿਮਰਤ ਸਿੰਘ ਜੀ, ਤੁਸੀਂ ਕਹਿ ਲਓ ਨੈਗੇਟਿਵ ਡਿਬੇਟ ਚੱਲਦੀ ਪਈ ਹੈ, ਪੋਜ਼ਿਟਿਵ ਡਿਬੇਟ ਚੱਲਦੀ, ਜੋ ਮਰਜ਼ੀ ਕਹੋ ਤੁਸੀਂ। ਹਰਸਿਮਰਤ ਸਿੰਘ ਜੀ, ਮੈਨੂੰ ਇੱਕ ਚੀਜ਼ ਸਮਝਾ ਦਿਓ, ਸਾਡੇ ਇੱਥੇ ਮੀਡੀਆ ਦੇ ਵਿੱਚ ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੀ ਉਨੀ ਚਰਚਾ ਨਹੀਂ ਹੋ ਰਹੀ, ਨਹੀਂ ਅੰਮ੍ਰਿਤਪਾਲ ਦੀ ਹੋ ਰਹੀ ਹੈ, ਤੁਸੀਂ ਅਜੇ ਕਹਿ ਰਹੇ ਡਿਬੇਟ ਨਹੀਂ ਹੋ ਰਹੀ ਉਸ ਮਾਪਦੰਡ ਦੇ ਆਧਾਰ ਤੇ ਜਿਹੜੀ ਹੋਣੀ ਚਾਹੀਦੀ ਹੈ। ਮੈਂ ਕਹਿ ਰਿਹਾ ਕਿ ਪੋਲੀਟੀਕਲ ਜਿਹੜੇ ਆਸਪੈਕਟਸ ਨੇ ਨਾ ਜੀ, ਪੋਲੀਟੀਕਲ ਆਸਪੈਕਟ ਜਿਹੜੇ ਕੁਐਸਚਨ ਰੇਜ਼ ਕੀਤੇ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਸੰਪਰਦਾਈ ਨੇ, ਚਾਹੇ ਪਿਛਲੇ ਸੰਘਰਸ਼ ਨਾਲ ਜੁੜੇ ਹੋਏ ਨੇ, ਚਾਹੇ ਵਰਤਮਾਨ ਸੰਘਰਸ਼ੀ ਜੁੜੇ ਹੋਏ ਨੇ, ਜੋ ਉਸਨੇ ਡਿਬੇਟ ਜੋ ਮੁੱਦੇ ਉਠਾਏ ਨੇ, ਉਹਨਾਂ ਬਾਰੇ ਅਸੀਂ ਕਿਉਂ ਨਹੀਂ ਡਿਬੇਟ ਕਰਦੇ? ਨਹੀਂ ਹਰਸਿਮਰਤ ਸਿੰਘ ਜੀ, ਇਸ ਮੁੱਦੇ ਡਿਬੇਟ ਕਰੀਏ, ਭਾਈਜਾਨ ਨੂੰ ਵਾਣ ਇੱਕੋ ਜੇ, ਆਪਾਂ ਇਸ ਮੁੱਦੇ ਡਿਬੇਟ ਕਰੀਏ। ਹਰਸਿਮਰਤ ਸਿੰਘ ਜੀ, ਪੋਲੀਟੀਕਲ ਸਟੇਟਮੈਂਟ ਹੈ ਭਾਈ ਸਾਹਿਬ, ਉਹਦਾ ਬਹੁਤਾ ਵਜ਼ਨ ਨਹੀਂ ਜਾਣਾ ਚਾਹੀਦਾ। ਇਹ ਪੋਲੀਟੀਕਲ, ਹਰਸਿਮਰਤ ਸਿੰਘ ਜੀ, ਹਾਂ ਮਾਫ ਕਰਨਾ ਸਰ, ਬੜੇ ਤੁਸੀਂ ਸਿਆਣੇ ਹੋ, ਚਾਰੇ ਜਾਣੇ ਤੁਸੀਂ ਬੈਠੇ ਹੋ। ਹਰਸਿਮਰਤ ਸਿੰਘ ਜੀ, ਇਹ ਇਸ ਤੇ ਡਿਬੇਟ ਕਰੀਏ, ਭਾਈਜਾਨ ਨੂੰ ਵਾਣ ਇੱਕੋ ਜੇ ਹੈ। ਨਹੀਂ, ਉਹ ਦੇਖੋ, ਮੈਂ ਸਮਝਦਾ ਕਿ ਭਾਰਤੀ ਸ਼ਹਿਰੀ ਹੈ, ਪੰਜਾਬ ਦਾ ਸ਼ਹਿਰੀ ਹੈ, ਕਾਨੂੰਨ ਦੇ ਨਾਲ ਮੰਨ ਕੇ ਚੱਲਣਾ ਚਾਹੀਦਾ। ਉਹ ਕਾਨੂੰਨ 'ਚ ਕਈ ਵਾਰੀ ਓਵਰ ਸਟੈਪ ਵੀ ਕਰ ਜਾਂਦੇ, ਇਸ ਕੋਈ ਸ਼ੱਕ ਨਹੀਂ ਹੈਗਾ। ਓਵਰ ਸਟੈਪਿੰਗ ਆਫ ਦਾ ਲਾ। ਸਵਾਲ ਇਹ ਹੈ ਵੀ ਇੱਕ ਬੰਦਾ, ਇੱਕ ਜਿਹੜੀ ਨਵੀਂ ਜਨਰੇਸ਼ਨ ਹੈ, ਗੁੱਸੇ 'ਚ ਹੈ। ਇੱਕ ਨਵੀਂ ਜਨਰੇਸ਼ਨ ਜਿਹੜੀ ਪਿਛਲੇ 30-40 ਸਾਲ ਤੋਂ ਜੋ ਕੁਝ ਵਾਪਰਿਆ ਹੈ, ਇੱਕ ਨਵੇਂ ਤੋਂ ਗੁੱਸੇ 'ਚ ਆ ਕੇ ਆਪਣਾ ਰਿਐਕਟ ਦੇ ਰਹੀ ਹੈ, ਤਾਂ ਸਾਨੂੰ ਉਹਦਾ ਸਤਿਕਾਰ ਕਰਕੇ ਉਹਦਾ ਡਿਬੇਟ ਚਲਾਉਣਾ ਚਾਹੀਦਾ ਹੈ। ਅਸੀਂ ਉਹਨੂੰ ਆਈਸੋਲੇਸ਼ਨ ਕਿਉਂ ਵੇਖ ਰਹੇ ਹਾਂ? ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਆਪਣੇ ਆਪ 'ਚ ਬੜੀ ਵੱਡੀ ਜ਼ਮੀਨ ਰੱਖਦੀ ਹੈ। ਜੋ ਅਕਾਲ ਤਖਤ ਦੇ ਜਥੇਦਾਰ ਅੰਮ੍ਰਿਤਪਾਲ ਮਿਲਣ ਤੋਂ ਪਹਿਲਾਂ ਸੀਗੇ, ਬਾਅਦ 'ਚ ਨਹੀਂ ਆ ਉਹ। ਅਕਾਲ ਤਖਤ ਜਥੇਦਾਰ ਸਾਹਿਬ ਨੇ ਜੇਕਰ ਮੀਟਿੰਗ ਸੱਦੀ ਹੈ ਜਾਂ ਕਮੇਟੀ ਬਣਾਈ ਹੈ, ਮੇਰਾ ਬੁੱਟਰ ਸਾਹਿਬ ਨੂੰ ਤੇ ਪਿਛਲੀ ਵਾਰੀ ਪੀਰ ਮੁਹੰਮਦ ਸਾਹਿਬ ਨੂੰ ਸਵਾਲ ਸੀਗਾ ਵੀ ਉਹ ਹੋਰ ਜਿਹੜੇ ਪੰਥ ਦੇ ਮੁੱਦੇ ਆ ਗਏ ਨੇ, ਜੋ ਅੰਮ੍ਰਿਤਪਾਲ ਉਠਾਉਂਦਾ, ਜੇ ਸਾਨੂੰ ਸਾਰੇ ਦਰਦ ਦਿੰਦੇ ਨੇ, ਉਹਦੇ ਬਾਰੇ ਜਥੇਦਾਰ ਸਾਹਿਬ ਨੇ ਅੱਜ ਤੱਕ ਕੋਈ ਮੀਟਿੰਗਾਂ ਨਹੀਂ ਕਿਉਂ ਉਠਾਈਆਂ? ਚਲੋ ਮੈਨੂੰ ਹਰਸਿਮਰਤ ਸਿੰਘ ਜੀ ਇੱਕ ਚੀਜ਼ ਦੱਸ ਦਿਓ, ਅਮਰਪਾਲ ਸਿੰਘ ਏਜੰਡਾ ਸੈੱਟ ਕਰਦਾ ਪਿਆ ਜਾਂ ਬਾਕੀ ਧਿਰਾਂ ਅਮਰਪਾਲ ਸਿੰਘ ਦੇ ਜ਼ਰੀਏ ਏਜੰਡਾ ਸੈੱਟ ਕਰਦੀਆਂ ਪਈਆਂ? ਨਹੀਂ, ਇਹ ਤਾਂ ਦੇਖੋ, ਹਰ ਬੰਦੇ ਨੇ ਆਪਣਾ ਹਰ ਇੱਕ ਬੰਦੇ, ਇਹ ਤਾਂ ਕੰਪੀਟੀਸ਼ਨ ਲੱਗ ਗਿਆ ਹੋਇਆ। ਹਾਂ, ਇਹ ਪੋਲੀਟਿਕਲ ਕੰਪੀਟੀਸ਼ਨ ਹੈ, ਆਈਡੀਓਲੋਜੀਕਲ ਕੰਪੀਟੀਸ਼ਨ ਹੈ, ਸੰਘਰਸ਼ ਦਾ ਕੰਪੀਟੀਸ਼ਨ ਹੈ, ਇੱਕ ਮੰਥਨ ਚੱਲ ਰਿਹਾ ਹੈ। ਉਹ ਜੋ ਕੱਦ ਅੰਮ੍ਰਿਤਪਾਲ ਦਾ ਬਣਿਆ ਹੈ, ਉਸ ਕੱਦ ਅਨੁਸਾਰ ਆਪਾਂ ਡਿਬੇਟ ਕਰਨਾ ਚਾਹੀਦਾ, ਬਾਰੇ ਵਿਚਾਰ ਕਰਨੀ ਚਾਹੀਦੀ ਹੈ, ਨਾ ਕਿ ਚਲੋ ਠੀਕ। ਚਹਿਲ ਸਾਹਿਬ, ਅਮਰਪਾਲ ਨੂੰ ਅਸੀਂ ਲੋਕ ਆਈਸੋਲੇਸ਼ਨ 'ਚ ਦੇਖਦੇ ਪਏ ਹਾਂ, ਮੈਂ ਮੀਡੀਆ ਦੀ ਗੱਲ ਕਰ ਰਿਹਾ। ਦੇਖੋ, ਕੱਲਾ ਅੰਮ੍ਰਿਤਪਾਲ ਸਿੰਘ ਨੂੰ ਆਈਸੋਲੇਸ਼ਨ 'ਚ ਨਹੀਂ ਦੇਖਿਆ ਜਾਂਦਾ। ਜਿਹੜਾ ਵੀ ਸਿੱਖ ਹੱਕਾਂ ਦੀ ਗੱਲ ਕਰਦਾ, ਉਹਨੂੰ ਹੀ ਆਈਸੋਲੇਸ਼ਨ 'ਚ ਲੈ ਆਉਂਦੇ ਨੇ। ਤੁਸੀਂ ਦੇਖਿਆ ਹੈ, ਸਾਡੇ ਮੁਹਾਲੀ ਜਿਹੜਾ ਮੋਰਚਾ ਲੱਗਾ ਹੈ, ਮੋਰਚੇ ਦੇ ਵਿੱਚ 8 ਤਰੀਕ ਨੂੰ ਇੱਕ ਇਨਸੀਡੈਂਟ ਹੋ ਗਿਆ। ਅਸੀਂ ਸਰਕਾਰ ਦੇ ਨਾਲ 4 ਆਦਮੀ ਜਿਹੜੇ ਬੈਠੇ, 2 ਮਿਨਿਸਟਰ ਸਾਹਿਬਾਨ, ਇੱਕ ਮਿਨਿਸਟਰ ਸਾਹਿਬਾਨ ਨੇ, ਉਹਨਾਂ ਦੇ ਆਲਾ ਆਫੀਸਰ ਬੈਠੇ ਨੇ, DGP ਦੇ ਰੈਂਕ ਦੇ, SSP ਦੇ ਰੈਂਕ ਦੇ, ਡਾਇਰੈਕਟਰ ਪ੍ਰੋਸੀਕਿਊਸ਼ਨ ਦੇ। 12:30 ਵਜੇ ਦਾ ਇਨਸੀਡੈਂਟ ਦੱਸਦੇ ਨੇ। ਅਸੀਂ 12 ਵਜੇ ਤੋਂ ਲੈ ਕੇ ਤੇ 2:30 ਵਜੇ ਤੱਕ ਉਹਦੀ ਮੀਟਿੰਗ 'ਚ ਰਹੇ ਹਾਂ, ਤੇ ਸਾਡਾ FIR 'ਚ ਨਾਂ ਲਿਖਿਆ ਗਿਆ ਵੀ ਅਸੀਂ ਉੱਥੇ ਖਰੂਦ ਕਰਦੇ ਸੀ, ਅਸੀਂ ਉੱਥੇ ਪਾਰਟਿਸਿਪੇਟ ਕਰਦੇ ਸੀ, ਤੇ ਨਾਲ ਉੱਥੇ ਪਹਿਲਾ ਫਿਕਰਾ ਹੀ ਸ਼ੁਰੂ ਕੀਤਾ ਵੀ ਇਹ ਖਾਲਿਸਤਾਨੀ ਸਨ। ਸੋ ਸਾਡੀ ਆਈਸੋਲੇਸ਼ਨ ਕਿੱਥੇ ਨਹੀਂ ਹੋ ਰਹੀ, ਕੱਲੇ ਆਦਮੀ ਦੀ ਹੋ ਰਹੀ ਹੈ। ਚਹਿਲ ਸਾਹਿਬ ਇੱਕ ਸਵਾਲ ਕਰ ਲਾਂ, ਚਹਿਲ ਸਾਹਿਬ ਇੱਕ ਸਵਾਲ ਕਰ ਲਾਂ। ਹਾਂਜੀ ਚਹਿਲ ਸਾਹਿਬ, ਮੋਰਚੇ ਨੂੰ ਇਹ ਲੱਗਿਆ ਜੀ ਅੰਮ੍ਰਿਤਪਾਲ ਨਾਲੋਂ ਵਖਰੇਵਾਂ ਹੋ ਗਿਆ ਤਾਂ ਮੋਰਚੇ ਨੂੰ ਨੁਕਸਾਨ ਹੋ ਜਾਊਗਾ, ਲੱਗਿਆ ਮੋਰਚੇ ਨੂੰ? ਬਿਲਕੁਲ ਨਹੀਂ। ਮੋਰਚਾ ਜਿਹੜਾ ਅਸੀਂ ਟੀਚੇ ਮਿੱਥੇ ਉਹਨਾਂ ਦੇ ਚੱਲ ਰਿਹਾ, ਅੰਮ੍ਰਿਤਪਾਲ ਸਿੰਘ ਆਪਣੇ ਟੀਚੇ ਤੇ ਚੱਲ ਰਿਹਾ। ਸਾਡਾ ਤਾਂ ਕੋਈ ਆਪਸ ਵਿੱਚ ਕਲੈਸ਼ ਨਹੀਂ। ਉਹ ਸਿੱਖ ਪੰਥ ਦੀ ਗੱਲ ਕਰਦਾ, ਅਸੀਂ ਕਰਦੇ ਹਾਂ। ਅਸੀਂ ਕਹਿੰਦੇ ਸਾਡੇ ਨਾਲ ਜਿਹੜਾ ਬੇਇਨਸਾਫੀ ਹੋ ਰਹੀ ਹੈ। ਕਦੀ ਇਸ ਮੁਲਕ ਦੇ ਵਿੱਚ ਕਿਸੇ ਨੇ ਇਸ ਗੱਲ ਤੇ ਡਿਬੇਟ ਕੀਤੀ ਆ ਵੀ 1947 ਤੋਂ ਬਾਅਦ ਸਿੱਖਾਂ ਨਾਲ ਏਡੀ ਵੱਡੀ ਬੇਇਨਸਾਫੀ ਹੋ ਰਹੀ ਆ, ਉਹਦੇ ਤੇ ਆਪਾਂ ਵੇਖੀ ਵੀ ਉਹ ਨਾਰਾਜ਼ ਕਿਉਂ ਹੈ, ਇਸ ਗੱਲ ਨੂੰ ਕਿਉਂ ਨਹੀਂ ਡਿਬੇਟ ਕਰਦੇ? ਜੇ ਸੰਤ ਭਿੰਡਰਾਂਵਾਲਾ ਹਟਦਾ, ਉਹ ਵੀ ਅੱਤਵਾਦੀ। ਜੇ ਅਸੀਂ ਨਾਰਮਲ ਲਾਈਫ ਰਹਿ ਰਹੇ ਹਾਂ, ਅਸੀਂ ਕਹਿੰਦੇ ਆ ਕਾਨੂੰਨ ਦੀ ਗੱਲ ਕਰੋ। ਕਾਨੂੰਨ ਦੀ ਗੱਲ ਕੀ ਕਰਦੇ ਨੇ? 1997 ਦਾ ਇੱਕ ਕੇਸ ਹੈ, ਉਹਦੇ ਤੇ ਨਾ ਕੋਈ ਚਲਾਨ ਪੇਸ਼ ਕੀਤਾ, ਨਾ ਉਹਦੀ ਟ੍ਰਾਇਲ ਕਰ ਰਹੇ ਆ। ਅਸੀਂ 6 ਮਹੀਨੇ ਦੇ ਪਿੱਛੇ ਤੁਰੇ ਫਿਰਦੇ ਸਰਕਾਰ ਦੇ ਕਿ ਉਹਦਾ ਟ੍ਰਾਇਲ ਸ਼ੁਰੂ ਕਰੋ, ਉਹਨੂੰ ਕੈਦ ਕਰੋ, ਉਹਨੂੰ ਬਰੀ ਕਰੋ, ਕਿਸੇ ਬਨੇ ਤੇ ਲੱਗੋ। ਇਹਦਾ ਮਤਲਬ ਅਸੀਂ ਗਲਤ ਹੋ ਗਏ ਤੇ ਸਰਕਾਰ ਠੀਕ ਹੋ ਗਈ। ਚਲੋ ਮੈਂ ਇਸੇ ਸਵਾਲ ਤੇ ਵਾਪਸ ਆ ਰਿਹਾ। ਚਹਿਲ ਸਾਹਿਬ, ਤੁਸੀਂ ਸਵਾਲ ਬੜਾ ਇੰਪੋਰਟੈਂਟ ਚੁੱਕਿਆ ਹੈ। ਚਹਿਲ ਸਾਹਿਬ, ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਮੈਂ ਆ ਰਿਹਾ ਸਰ, ਵਾਪਸ ਆ ਰਿਹਾ, ਇਸ ਸਵਾਲ ਤੇ ਵਾਪਸ ਆ ਰਿਹਾ। ਬਹੁਤ ਸਾਰੇ ਸਵਾਲ ਹੈ, ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਵਾਪਸ ਆ ਰਹੇ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਹੈ, ਪੰਥ ਤੋਂ ਪੋਲਿਟਿਕਸ ਤੱਕ ਅੰਮ੍ਰਿਤਪਾਲ ਸਿੰਘ ਜ਼ਰੀਏ ਕਿਹੜਾ ਏਜੰਡਾ ਸੈੱਟ ਹੋ ਰਿਹਾ? ਹਾਂਜੀ ਧਾਰਨੀ ਸਾਹਿਬ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਦੇਖੋ, ਮੈਂ ਚਹਿਲ ਸਾਹਿਬ ਨੂੰ ਸੁਣ ਰਿਹਾ ਸੀ ਔਰ ਚਹਿਲ ਸਾਹਿਬ ਨੇ ਵਧੀਆ ਗੱਲਾਂ ਕੀਤੀਆਂ। ਮੈਂ ਇੱਕ ਤੁਹਾਡੀ ਗੱਲ ਨੂੰ ਲੈ ਕੇ ਚੱਲਦਾ ਹਾਂ, ਜਿਵੇਂ ਇਹਨਾਂ ਨੇ ਹਰਸਿਮਰਤ ਸਿੰਘ ਉਹਨਾਂ ਨੇ ਕਿਹਾ ਹੈਗਾ ਕਿ ਹਰੇਕ ਦਾ ਆਪਣਾ ਇੱਕ ਗੋਲ ਹੈਗਾ। ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਇੱਕ ਮੁਹਿੰਮ ਸ਼ੁਰੂ ਕੀਤੀ ਜਾਵੇ, ਦਸਤਖਤੀ ਮੁਹਿੰਮ ਸ਼ੁਰੂ ਕੀਤੀ ਜਾਵੇ। ਦੇਖੋ, ਮੈਂ ਵੀ ਵਕੀਲ ਹਾਂ, ਚਹਿਲ ਸਾਹਿਬ ਵੀ ਵਕੀਲ ਹੈ, ਅਸੀਂ ਦੋਵੇਂ ਕ੍ਰਿਮੀਨਲ ਕੇਸਾਂ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਡੀਲ ਕਰਦੇ ਹੈਗੇ ਆ। ਮੈਂ ਜਿੱਥੋਂ ਤੱਕ ਮੈਂ ਇਹ ਸਮਝਦਾ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੈਗੀ ਸਿੰਘਾਂ ਦੇ ਕੇਸ ਝਗੜਨ ਦੇ ਵਿੱਚ, ਔਰ ਨੁਕਸਾਨ ਵੀ ਉਠਾਇਆ। ਔਰ ਮੈਂ ਇਹ ਕਹਿਣਾ ਚਾਹੁੰਦਾ, ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਜਾ ਕੇ ਆਪਣਾ ਅਲੱਗ ਮੋਰਚਾ ਲਾਇਆ। ਉਸ ਹਿਸਾਬ ਨਾਲ ਇਹਨਾਂ ਦਾ ਹੀ ਆਪਣਾ ਇੱਕ ਗੋਲ ਹੋ ਸਕਦਾ ਜਿਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਇਹਨਾਂ ਨੇ ਇਨਸਲਟ ਵੀ ਕੀਤੀ, ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਹਮਲਾ ਵੀ ਕਰਿਆ। ਜੋ ਵੀ ਹੋਇਆ ਇਹਨਾਂ ਦੇ ਮੋਰਚੇ ਦੇ ਵਿੱਚ ਹੋਇਆ। ਮੈਂ ਇਹਨਾਂ ਨੂੰ ਇੱਕ ਸਵਾਲ ਕਰਦਾ ਕਿ ਮੋਰਚੇ ਲਾਉਣ ਦੇ ਨਾਲ ਕੀ ਇਹ ਮੋਰਚਾ ਫਤਿਹ ਹੋ ਜਾਊਗਾ ਜਾਂ ਦਸਤਖਤੀ ਮੁਹਿੰਮ ਦੇ ਨਾਲ? ਜੇ ਸਾਨੂੰ ਦੇਖੋ, ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ 100% ਸਹਿਮਤ ਹੈਗਾ। ਜਿਹੜੀਆਂ ਗੱਲਾਂ ਇਹ ਕਰਦੇ ਹੈਗੇ ਆ ਨਾ ਕਿ ਸਿੰਘ ਸਾਹਿਬ ਦੀ ਗੱਲ ਕਰਦੇ ਆ, ਔਰ ਇਹਨਾਂ ਨੇ ਗੱਲ ਕੀਤੀ ਹੈਗੀ ਆ ਕਿ ਸਿੱਖਾਂ ਦੇ ਨਾਲ ਦੂਜੀ ਸ਼੍ਰੇਣੀ ਵਾਲਾ ਪਿਆਰ ਹੋ ਰਿਹਾ ਹੈਗਾ। ਬਿਲਕੁਲ ਮੈਂ ਇਹਨਾਂ ਦੇ ਨਾਲ ਸਹਿਮਤ ਹੈਗਾ, 100% ਸਹਿਮਤ ਹੈਗਾ। ਔਰ ਇਹ ਜਿੱਦਣ ਸਰਦਾਰ ਆਪਣੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਹੋਲੇ ਮਹੱਲੇ ਦੇ ਉੱਤੇ, ਕਿਹੜੀ ਗੱਲ ਉਹਨਾਂ ਨੇ ਗਲਤ ਕਹੀ? ਸਾਰੀਆਂ ਗੱਲਾਂ ਇਹ ਧਾਰੀ ਸਾਹਿਬ ਮੈਨੂੰ ਨਿਯੁਕਤੀ ਦੱਸ ਦਿਓ ਨਾ, ਧਾਰੀ ਸਾਹਿਬ ਮੈਨੂੰ ਨਿਯੁਕਤੀ ਦੱਸ ਦਿਓ ਨਾ, ਤੁਸੀਂ ਸਹਿਮਤ ਹੈਗੇ ਹੋ ਆਪਸ ਚ? ਬੰਦੀ ਸਿੱਖ ਤਾਂ ਤੁਸੀਂ ਆਪਸ ਚ ਵੰਡੇ ਹੋਏ ਵੀ ਸਾਡਾ ਇਹ ਤੇ ਤੁਹਾਡਾ ਇਹ ਹੈ। ਨਹੀਂ, ਕੋਈ ਬੰਦੀ ਸਿੰਘ ਵੱਡੇ ਵੀ ਨਹੀਂ। ਬੰਦੀ ਸਿੰਘ ਸਾਰੇ ਸਿੱਖਾਂ ਦੇ ਹੈਗੇ ਆ, ਚਾਹੇ ਉਹ ਕੋਈ ਵੀ ਹੈਗੇ ਆ। ਕੋਈ ਧਾਰੀ ਸਾਹਿਬ ਮਾਫ ਕਰਨਾ, ਇਹ ਨਿੱਜੀ ਟਿੱਪਣੀ ਨਹੀਂ, ਪਰ ਮੈਂ ਸਪਸ਼ਟ ਸ਼ਬਦਾਂ ਵਿੱਚ ਇਹ ਕਹਿ ਰਿਹਾ, ਤੁਹਾਡੇ ਚ ਏਕਾ ਹੁੰਦਾ ਸਰ, ਸਰਕਾਰਾਂ ਦੀ ਜ਼ਰੂਰਤ ਨਹੀਂ ਸੀ ਸਰ, ਤੁਹਾਨੂੰ ਐ ਦੇਖ ਲੈਂਦੇ ਹੋ। ਦੇਖ ਲਓ ਫਿਰ, ਤੁਹਾਡੇ ਸਾਹਮਣੇ ਹੀ ਹੈ। ਤੁਹਾਡੇ ਚ ਏਕਾ ਨਹੀਂ ਹੈਗਾ ਕਿਸੇ ਚ? ਧਾਮੀ ਉਹਨਾਂ ਨੇ ਤੁਹਾਡੇ ਚ ਏਕਾ ਨਹੀਂ ਹੈਗਾ ਕਿਸੇ ਚ? ਇੱਕ ਮੀਟਿੰਗ ਕਰੀ, ਮੀਟਿੰਗ ਦੇ ਵਿੱਚੋਂ ਕਿਹੜੇ ਲੀਡਰ ਉੱਠ ਕੇ ਭੱਜੇ, ਕਿਹਨਾਂ ਨੇ ਕਿੰਤੂ ਪ੍ਰੰਤੂ ਕੀਤਾ, ਤੁਹਾਡੇ ਸਾਹਮਣੇ ਹੀ ਆ। ਕਿਹਨਾਂ ਨੇ ਕੌਮ ਨੂੰ ਕਦੋਂ ਕਿਵੇਂ ਵੰਡਿਆ, ਸਭ ਦੇ ਸਾਹਮਣੇ ਹੈਗਾ। ਠੀਕ ਹੈ, ਮੈਂ ਆ ਰਿਹਾ ਧਾਰੀ ਸਾਹਿਬ ਆ ਰਿਹਾ। ਇੱਕ ਮਿੰਟ ਬੋਲੋ। ਜੋ ਹੋਲੇ ਮਹੱਲੇ ਦੇ ਉੱਤੇ ਸਿੰਘ ਸਾਹਿਬ ਨੇ ਕਿਹਾ, ਕਿਹੜੀ ਗੱਲ ਉਹਨਾਂ ਨੇ ਗਲਤ ਕਹੀ? ਸਾਰੀਆਂ ਹੀ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਨਾ ਸਾਨੂੰ ਜਿਹੜਾ ਹੈਗਾ ਪਾਰਲੀਮੈਂਟ ਤੋਂ ਕੁਝ ਮਿਲ ਰਿਹਾ ਹੈਗਾ, ਨਾ ਸਾਨੂੰ ਜਿਹੜਾ ਸੁਪਰੀਮ ਕੋਰਟ ਤੇ ਕੁਝ ਮਿਲ ਰਿਹਾ। ਕੀ ਗਲਤ ਕਿਹਾ? ਅਸੀਂ ਵੀ ਇਹੀ ਕਹਿੰਦੇ ਆ ਤੇ ਇਹ ਵੀ ਇਹੀ ਕਹਿੰਦੇ ਆ। ਚਲੋ ਠੀਕ ਹੈ ਧਾਰੀ ਸਾਹਿਬ, ਵਾਪਸ ਆ ਰਿਹਾ। ਮਿਸਟਰ ਬੁੱਟਰ, ਇੱਕ ਮੈਨੂੰ ਟਾਈਮ ਦਿਓ। ਮੈਂ ਇੱਕ ਮਿੰਟ ਚਹਿਲ ਸਾਹਿਬ, ਇੱਕ ਮਿੰਟ ਆ ਰਿਹਾ ਤੁਹਾਡੇ ਕੋਲ ਆ ਰਿਹਾ ਮੈਂ। ਬੁੱਟਰ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਸਬ ਕਮੇਟੀ ਦੀ ਰਿਪੋਰਟ ਨਾਲ ਪੰਥ ਇੱਕ ਹੋ ਜਾਊਗਾ? ਦੇਖੋ, ਸਬ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਇੱਕ ਪੰਥ ਦਾ ਛੋਟਾ ਜਿਹਾ ਇਸ਼ੂ ਆ ਜਿਹਦੇ ਤੇ ਆ। ਮੈਨੂੰ ਲੱਗਦਾ ਕਿ ਇਹ ਤੁਹਾਡਾ ਸਵਾਲ ਹੀ ਮੈਨੂੰ ਅਟਪਟਾ ਜਿਹਾ ਲੱਗਣਾ ਚਾਹੀਦਾ ਬੁੱਟਰ ਸਾਹਿਬ, ਲੱਗਣਾ ਚਾਹੀਦਾ ਤੇ ਕਿਹੜਾ। ਚਲੋ ਮੈਂ ਸਵਾਲ ਨੂੰ ਹੋਰ ਸਧਾਰਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸਬ ਕਮੇਟੀ ਦੀ ਰਿਪੋਰਟ ਨਾਲ ਨਵਾਂ ਕੀ ਹੋਊਗਾ ਇਹ ਦੱਸ ਦਿਓ। ਨਵਾਂ ਇਹ ਹੋਊਗਾ ਕਿ ਜਿਹੜੇ ਲੋਕਾਂ ਨੂੰ ਇੰਜ ਲੱਗ ਰਿਹਾ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ, ਆਮ ਤੌਰ ਤੇ ਤੁਸੀਂ ਪਿੰਡਾਂ ਦੇ ਵਿੱਚ ਵੇਖੋ ਲੋਕਾਂ ਨੇ ਕਬਜ਼ੇ ਥਾਂ ਕੀਤੇ, ਉੱਥੇ ਨਿਸ਼ਾਨ ਸਾਹਿਬ ਲਾ ਕੇ ਬੇਅਦਬੀ ਹੁੰਦੀ ਆ। ਬਹੁਤ ਸਾਰੇ ਲੋਕ ਗੁਰਦੁਆਰਾ ਸਾਹਿਬ ਬਣਾ ਲੈਂਦੇ, ਮਹਾਰਾਜ ਦਾ ਪ੍ਰਕਾਸ਼ ਕਰ ਲੈਂਦੇ ਆ। ਥੋੜੇ ਦਿਨ ਪਹਿਲਾਂ ਇੱਕ ਘਟਨਾ ਵੇਖੋ ਕਿ ਇੱਕ ਬੀਬੀ ਸੀਗੀ ਕਿਸੇ ਦੀ ਝਗੜੇ ਵਾਲੀ ਜਗ੍ਹਾ 'ਚ, ਉੱਥੇ ਨਿਹੰਗਾ ਸਿੰਘਾਂ ਦਾ ਬਾਣਾ ਪਾ ਕੇ ਤੇ ਗੁਟਕਾ ਸਾਹਿਬ ਫੜ ਕੇ ਤੇ ਉੱਥੇ ਬਾਣੀ ਪੜਨ ਲੱਗ ਪਈ ਕਿ ਪੁਲਿਸ ਮੈਨੂੰ ਚੁੱਕ ਕੇ ਨਾ ਲੈ ਜੇ ਇਥੋਂ। ਸੋ ਇਦਾਂ ਦੀਆਂ ਜਿਹੜੀਆਂ ਗੁਰੂ ਮਹਾਰਾਜ ਦੀ ਜਿਹੜੀ ਇੱਕ ਜਾਗਤ ਜੋਤ, ਇੱਕ ਰੂਹਾਨੀ ਜਿਹੜੀ ਆਭਾ ਆ, ਉਹਨੂੰ ਲੋਕਾਂ ਨੇ ਇੱਕ ਖਡਾਉਣਾ ਜਿਹਾ ਬਣਾ ਕੇ ਰੱਖ ਛੱਡਿਆ। ਸੋ ਇਹ ਗੱਲ ਆ ਕਿ ਜਿਹੜੀ ਇਹ ਅਮਰਤਪਾਲ ਸਿੰਘ ਨੇ ਇਹ ਕੁਝ ਨਹੀਂ ਕੀਤਾ। ਜਿਹੜੇ ਸ਼ਬਦ ਤੁਸੀਂ ਵਰਤੇ ਹੋ ਮੈਂ ਨਹੀਂ ਵਰਤ ਰਿਹਾ ਸ਼ਬਦ। ਅਮਰਤਪਾਲ ਸਿੰਘ ਨੇ ਇਹ ਕੁਝ ਨਹੀਂ ਕੀਤਾ। ਨਹੀਂ, ਅਮਰਤਪਾਲ ਸਿੰਘ ਦੇਖੋ, ਮੈਂ ਜਿਹੜੀ ਜੇ ਤੁਸੀਂ ਇਹ ਗੱਲ ਕਰਦੇ ਹੋ ਨਾ, ਜਿਹੜੀ ਅਜਨਾਲਾ ਘਟਨਾ, ਹਰ ਇੱਕ ਘਟਨਾ ਦਾ ਇੱਕ ਆਪਣਾ ਸੰਦਰਭ ਹੁੰਦਾ। ਹਰ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ਦਾ ਇੱਕ ਆਪਣਾ ਸੰਦਰਭ ਹੁੰਦਾ ਔਰ ਨਜ਼ਰੀਆ ਹੁੰਦਾ। ਤੁਹਾਡਾ ਨਜ਼ਰੀਆ ਹੋਰ ਹੋ ਸਕਦਾ, ਭਾਈ ਹਰਸਿਮਰਤ ਸਿੰਘ ਦਾ ਹੋਰ ਹੋ ਸਕਦਾ, ਮੇਰਾ ਹੋਰ ਹੋ ਸਕਦਾ। ਚਲੋ ਮੈਨੂੰ ਇੱਕ ਚੀਜ਼ ਦੱਸ ਦਿਓ ਬੁੱਟਰ ਸਾਹਿਬ, ਜਿੰਨੇ ਮੈਂਬਰ ਸੀਗੇ ਸਾਰਿਆਂ ਨੂੰ ਇਸ ਇਹੀ ਨਜ਼ਰੀਆ ਸਮਝ ਆਇਆ, ਇਹੀ ਸੰਦਰਭ ਸਮਝ ਆਇਆ ਜੋ ਤੁਹਾਨੂੰ ਸਮਝ ਆ ਰਿਹਾ ਬੁੱਟਰ ਸਾਹਿਬ? ਨਹੀਂ, ਦੇਖੋ ਗੱਲ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਵਨ ਸਰੂਪ ਆ, ਉਹ ਧਰਨੇ ਮੁਜ਼ਾਰੇ ਜਾਂ ਕਿਸੇ ਇਹੋ ਜੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਟਕਰਾਅ ਦੀ ਸੰਭਾਵਨਾ ਹੋਵੇ,
ਉਹਦੇ ਸਬੰਧ ਦੇ ਵਿੱਚ ਜਿਹੜਾ ਇਹ ਅਜਨਾਲਾ ਘਟਨਾ ਤੋਂ ਬਾਅਦ ਮੀਡੀਆ ਨੇ ਇੱਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਮੈਨੂੰ ਲੱਗਦਾ ਮੁੱਖ ਤੌਰ ਤੇ ਇਹ ਸਾਰਾ ਕੁਝ ਇਹ ਜਿਹੜਾ ਵਰਚੁਅਲ ਵਰਲਡ ਹੈ ਨਾ ਇਹਦੀ ਦੇਣ ਆ। ਏਡੀ ਵੱਡੀ ਗੱਲ ਜੇ ਪੰਥ ਦੇ ਵਿੱਚ ਪਹਿਲਾਂ ਵੀ ਬੜੇ ਤਗੜੇ ਇਸ਼ੂ ਖੜੇ ਹੁੰਦੇ ਰਹੇ ਆ, ਆਪਸ 'ਚ ਮਿਲ ਬੈਠ ਕੇ ਹੱਲ ਵੀ ਹੁੰਦੇ ਰਹੇ, ਬਹੁਤ ਸਾਰੇ ਬੰਦਿਆਂ ਨੂੰ ਗਲਤੀਆਂ ਤੋਂ ਵਰਜਿਆ ਜਾਂਦਾ ਰਿਹਾ, ਬਹੁਤ ਸਾਰੇ ਬੰਦਿਆਂ ਦੇ ਉੱਤੇ ਬੁੱਟਰ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ, ਬੁੱਟਰ ਸਾਹਿਬ ਤੁਸੀਂ ਤੁਹਾਨੂੰ ਆਪ ਬੜੇ ਸਾਲ ਹੋ ਗਏ ਕੰਮ ਕਰਦੇ ਨੂੰ, ਬੁੱਟਰ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮੀਡੀਆ ਨੇ ਇਸ ਇਸ਼ੂ ਨੂੰ ਇੰਨਾ ਵੱਡਾ ਕਰਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਸਬ ਕਮੇਟੀ ਬਣਾਉਣੀ ਪੈ ਗਈ, ਨਹੀਂ ਤਾਂ ਜ਼ਰੂਰਤ ਨਹੀਂ ਸੀ। ਇਹ ਮੀਡੀਆ ਕਰਕੇ ਨਹੀਂ ਬਣਾਉਣੀ ਪਈ, ਇਹ ਇਸ ਕਰਕੇ ਪਈ ਆ। ਗੱਲ ਕੱਲੀ ਅਜਨਾਲਾ ਘਟਨਾ ਜਾਂ ਭਾਈ ਅਮਰਤਪਾਲ ਸਿੰਘ ਦੀ ਨਹੀਂ ਆ, ਉਹਨਾਂ ਦੀ ਆਪਣੀ ਭਾਵਨਾ ਜਾਂ ਉਹਨਾਂ ਦੀ ਬਿਰਤੀ ਤੇ ਉਹਨਾਂ ਦੀ ਕਿਹੜੇ ਮਕਸਦ ਲਈ ਉਹਨਾਂ ਨੇ ਮਹਾਰਾਜ ਦੀ ਸਵਾਰੀ ਨੂੰ ਠੀਕ ਹੈ ਬੁੱਟਰ ਸਾਹਿਬ, ਮੈਂ ਵਾਪਸ ਆ ਜਾਊਂਗਾ ਸਰ। ਮੇਰੀ ਗੱਲ ਸੁਣ ਲਓ ਪੂਰੀ। ਹਾਂ ਬੋਲੋ ਬੋਲੋ। ਪਰ ਜਿਹੜੀ ਇਸ ਕਰਕੇ ਕਮੇਟੀ ਦਾ ਗਠਨ ਕੀਤਾ, ਇਸ ਤੋਂ ਪਹਿਲਾਂ ਵੀ ਕਈ ਵਾਰ ਮੰਗ ਉੱਠੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਹੁਤ ਸਾਰੇ ਇਹੋ ਜਿਹੀਆਂ ਥਾਵਾਂ ਤੇ ਲੈ ਕੇ ਚਲੇ ਜਾਂਦੇ ਆ ਕਿ ਜਿੱਥੇ ਕੋਈ ਬੇਅਦਬੀ ਦੀ ਘਟਨਾ ਵਾਪਰਨ ਦਾ ਖਦਸ਼ਾ ਹੁੰਦਾ ਜਾਂ ਕੋਈ ਇਹੋ ਜੀ ਗੱਲ ਜਿਹਦੇ ਨਾਲ ਸਾਰੀ ਕੌਮ ਦੀ ਭਾਵਨਾ ਜਿਹੜੀ ਆ ਠੀਕ ਹੈ ਬੁੱਟਰ ਸਾਹਿਬ, ਤੁਹਾਡਾ ਪੁਆਇੰਟ ਆਫ ਵਿਊ ਆ ਗਿਆ। ਆਉਣ ਵਾਲੇ 50 ਸਾਲ ਬਾਅਦ ਜਾਂ 100 ਸਾਲ ਬਾਅਦ ਕਿਸੇ ਇੱਕ ਘਟਨਾ ਨੂੰ ਬਣਾ ਕੇ ਆਧਾਰ ਬਣਾ ਕੇ ਕੋਈ ਵਿਅਕਤੀ ਮਨੁੱਖ ਧੜਾ ਜਾਂ ਸੰਸਥਾ ਚਲੋ ਲੈ ਕੇ ਚਲੇ ਠੀਕ ਹੈ ਬੁੱਟਰ ਸਾਹਿਬ, ਇੱਕ ਮਿੰਟ ਰੁਕ ਜਾਓ, ਹੁਣ ਬੁੱਟਰ ਸਾਹਿਬ ਇੱਕ ਮਿੰਟ ਰੁਕ ਜਾਓ। ਹਾਂ ਚਹਿਲ ਸਾਹਿਬ ਕੀ ਕਹਿਣਾ ਚਾਹ ਰਹੇ ਹੋ, ਫਟਾਫਟ ਕਹੀਓ ਪਲੀਜ਼। ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 2013 ਤੋਂ ਮੋਰਚੇ ਲੱਗਦੇ ਰਹੇ ਨੇ। ਉਦੋਂ ਕਿਹੜੀਆਂ ਸਰਕਾਰਾਂ ਸਨ, ਉਹਨਾਂ ਨੇ ਕੀ ਆਵਾਜ਼ ਦਿੱਤੀ ਸੀ? ਗੁਰਬਖਸ਼ ਸਿੰਘ ਦਾ ਜਿਹੜਾ ਵਰਤ ਸੀ ਕਿਹੜੇ ਸੱਜਣ ਨੇ ਤੁੜਵਾਇਆ ਸੀ ਤੇ ਕੀ ਵਾਅਦਾ ਕਰਕੇ ਤੁੜਵਾਇਆ ਸੀ? ਉਦੋਂ ਸਰਕਾਰ ਕਿਹਦੀ ਸੀ? ਦੁਬਾਰਾ ਉਹਨਾਂ ਨੇ ਫਿਰ ਮੋਰਚਾ ਲਾਇਆ। ਸੂਰ ਸਿੰਘ ਖਾਲਸਾ ਜੀ ਨੇ ਭੁੱਖ ਹੜਤਾਲ ਰੱਖੀ, ਉਸ ਵੇਲੇ ਕੌਣ ਸਰਕਾਰ ਸੀ? ਉਹਨੂੰ ਜਲੀਲ ਕਿਸ ਨੇ ਕੀਤਾ? ਉਦੋਂ ਕਿਨ ਆਵਾਜ਼ ਉਠਾਈ? ਤੇ ਹੁਣ ਜਦੋਂ ਅਸੀਂ 2 ਦਫਾ ਆਵਾਜ਼ ਉਠਾਈਏ, ਇੱਕ ਵਾਰ ਮੰਡ ਸਾਹਿਬ ਦੇ ਨਾਲ ਅਸੀਂ ਤੁਰਦੇ ਰਹੇ, ਗੁਰਬਖਸ਼ ਸਿੰਘ ਨਾਲ ਅਸੀਂ ਤੁਰਦੇ ਰਹੇ, ਤੇ ਇਹਨਾਂ ਦੇ ਬਾਅਦ ਹੁਣ ਜਦੋਂ ਮੋਰਚਾ ਲਾਇਆ ਇਹ, ਤੇ ਜੇ ਪ੍ਰਧਾਨ ਜੀ ਨੇ ਆਪਣਾ ਦਸਤਖਤ ਕਰਾਉਣੇ ਸ਼ੁਰੂ ਕਰ ਦਿੱਤੇ, ਨਹੀਂ ਤਾਂ ਅਸੀਂ ਕਦੋਂ ਕਿਹਾ ਉਹਨਾਂ ਨੇ ਮਾੜਾ ਕੀਤਾ ਹੈ? ਮਤਲਬ ਕਿੰਨੇ ਚਿਰਾਂ ਬਾਅਦ ਨੀਂਦ ਸੁੱਤੀ ਹੋਈ ਜਿਹੜੀ ਖੁੱਲੀ ਹੈ, ਇਹਨੂੰ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਠੀਕ ਹੈ। ਜਿਹੜਾ ਹੈ ਮਾਮਲਾ ਉੱਥੇ ਧਾਮੀ ਸਾਹਿਬ ਦਾ ਆਉਣ ਦਾ ਮੋਰਚੇ ਤੇ, ਉਹਨਾਂ ਨੂੰ ਬੜੇ ਰਿਸਪੈਕਟ ਨਾਲ ਮੈਂ ਉੱਥੇ ਗਿਆ ਖੁਦ, ਉਹ ਮੇਰੇ ਜਾਣ ਤੋਂ ਪਹਿਲੇ ਬੈਠੇ ਸੀ, ਮੈਂ ਉਹਨਾਂ ਦੇ ਕੋਲ ਬੈਠਣ ਦੀ ਗੱਲ ਕੀਤੀ ਤੇ ਮੈਂ ਪਿੱਛੇ ਬੈਠਣ ਦੀ ਗੱਲ ਕੀਤੀ ਵੀ ਪ੍ਰਧਾਨ ਸਾਹਿਬ ਦੇ ਅੱਗੇ ਨਹੀਂ ਬੈਠਣਾ। ਉਹਨਾਂ ਨੇ ਮੈਨੂੰ ਵਜੇ ਦੋ ਕੇ ਆਪਣੇ ਅੱਗੇ ਬਿਠਾਇਆ। ਜਿੰਨਾ ਚਿਰ ਉਹ ਬੋਲੇ ਨੇ ਕਿਸੇ ਨੇ ਚੂ ਨਹੀਂ ਕੀਤੀ ਮੋਰਚੇ 'ਚ। ਚਲੋ ਠੀਕ ਹੈ ਚੱਲ ਸੱਜਣ ਨੇ ਬੋਲਣ ਦੀ ਕੋਸ਼ਿਸ਼ ਕੀਤੀ ਆ ਬਾਦਲ ਦੇ ਖਿਲਾਫ, ਧਾਮੀ ਸਾਹਿਬ ਨੂੰ ਨੁਕਸਾਨ ਹੋ ਗਿਆ, ਧਾਮੀ ਸਾਹਿਬ ਪਰੇਸ਼ਾਨ ਹੋ ਗਏ। ਮੈਂ ਉਹਨਾਂ ਨੂੰ ਬੇਨਤੀ ਕੀਤੀ 3 ਦਫਾ ਵੀ ਕਿਸੇ ਦੀ ਵਿਰੋਧੀ ਗੱਲ ਵੀ ਸੁਣਨੀ ਚਾਹੀਦੀ ਸਾਨੂੰ, ਤੁਸੀਂ ਪਰੇਸ਼ਾਨ ਨਾ ਹੋ, ਲੇਕਿਨ ਉਹ ਆਪਣੇ ਬੰਦਿਆਂ ਨੂੰ ਲੈ ਕੇ ਤੁਰ ਕੇ ਠੀਕ ਹੈ। ਚੱਲ ਸਰ ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆ ਗਿਆ। ਉਹਦੇ ਦੇ ਮੋਰਚੇ ਦਾ ਕਿੱਦਾਂ ਨੁਕਸਾਨ ਹੋ ਸਕਦਾ? ਚਲੋ ਤੁਹਾਡਾ ਪੁਆਇੰਟ ਆ ਗਿਆ। ਚੱਲ ਸਰ ਤੁਹਾਡਾ ਪੁਆਇੰਟ ਕਿੱਦਾਂ ਕਹਿ ਸਕਦੇ ਸਾਡੇ ਸੱਜਣ? ਠੀਕ ਹੈ ਚੱਲ ਸਰ, ਉਹਨਾਂ ਦੀ ਹਿਸਟਰੀ ਕੀਤੀ ਹੈ, ਇਹ ਗੱਲ ਜਿਹੜੀ ਹੈ ਜਾਇਜ਼ ਨਹੀਂ, ਇਹ ਗੱਲ ਕਰਨੀ ਨਹੀਂ ਚਾਹੀਦੀ। ਉਸ ਤੋਂ ਬਾਅਦ ਫਿਰ ਧਾਮੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਿਉਂ ਕੀਤੀ? ਚਲੋ ਚੱਲ ਸਰ ਵਾਪਸ ਆ ਰਿਹਾ ਮੈਂ, ਚੱਲ ਸਰ ਵਾਪਸ ਆ ਰਿਹਾ ਅਸੀਂ ਅਗਲੇ ਦਿਨ ਠੀਕ ਹੈ। ਚੱਲ ਸਾਹਿਬ ਤੁਹਾਡਾ ਪੁਆਇੰਟ ਆ ਗਿਆ ਸਰ। ਚੱਲ ਸਾਹਿਬ ਤੁਹਾਡਾ ਪੁਆਇੰਟ ਇੱਕ ਮਿੰਟ ਧਾਰੀ ਸਾਹਿਬ ਰੁਕ ਜਾਓ, ਧਾਰੀ ਸਾਹਿਬ ਪਲੀਜ਼ ਰੁਕ ਜਾਓ। ਚੱਲ ਸਾਹਿਬ ਇੱਕ ਮਿੰਟ ਤੁਹਾਡਾ ਪੁਆਇੰਟ ਆ ਗਿਆ, ਇੱਕ ਮਿੰਟ ਰੁਕ ਜਾਓ ਪਲੀਜ਼ ਸਰ, ਮੈਂ ਲਾਸਟ ਸੈਗਮੈਂਟ 'ਚ ਆ ਜਾਊਗਾ ਤੁਹਾਡੇ ਕੋਲੇ। ਚੱਲ ਸਾਹਿਬ ਇੱਕ ਮਿੰਟ ਰੁਕ ਜਾਓ। ਹਰਸਿਮਰਤ ਸਿੰਘ ਜੀ, ਮੈਨੂੰ ਇੱਕ ਚੀਜ਼ ਸਮਝ ਆਈ ਆ, ਧਾਰਨੀ ਸਾਹਿਬ ਤੇ ਚਹਿਲ ਸਾਹਿਬ ਨੇ ਜਿਹੜਾ ਇਸ਼ੂ ਚੁੱਕਿਆ, ਤੁਸੀਂ ਸਾਰੇ ਕਹਿ ਰਹੇ ਅੰਮ੍ਰਿਤਪਾਨ ਕਰਾ ਰਿਹਾ ਅੰਮ੍ਰਿਤਪਾਲ ਸਿੰਘ, ਨਸ਼ਾ ਛਡਵਾ ਰਿਹਾ ਅੰਮ੍ਰਿਤਪਾਲ ਸਿੰਘ, ਖਾਲਿਸਤਾਨ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ, ਸਾਰਾ ਕੁਝ ਅੰਮ੍ਰਿਤਪਾਲ ਸਿੰਘ ਕਰ ਰਿਹਾ। ਅੰਮ੍ਰਿਤਪਾਲ ਸਿੰਘ ਪੰਥ 'ਚ ਏਕਾ ਕਿਉਂ ਨਹੀਂ ਕਰਵਾ ਪਾ ਰਹੇ? ਹਰਸਿਮਰਤ ਸਿੰਘ ਜੀ ਦੇਖੋ ਏਪੀ ਸਿੰਘ ਜੀ, ਮੇਰੀ ਜਿਹੜੀ ਸਾਰੀ ਸਥਿਤੀ ਹੈ ਨਾ, ਮੈਂ ਮਹਿਸੂਸ ਕਰਦਾ ਹਾਂ ਕਿ ਐਸੇ ਜਥੇਦਾਰ ਸਾਹਿਬ ਇੱਕ ਫੋਕਸ ਬਣੇ ਹੋਏ ਨੇ ਇਸ ਸਾਰੇ ਸੰਘਰਸ਼ ਦੇ ਵਿੱਚ, ਕਿਉਂਕਿ ਕਮੇਟੀ ਬਣਾਈ ਹੈ ਔਰ ਜੋ ਕੁਝ ਵੀ ਹੋ ਰਿਹਾ ਉਸ ਦੇ ਦੁਆਲੇ ਸਾਰਾ ਘੁੰਮ ਰਿਹਾ। ਉਹਨਾਂ ਨੇ ਬਿਆਨ ਵੀ ਦਿੱਤਾ ਹੋਇਆ ਹੈ। ਬਿਆਨ ਦਿੱਤਾ ਹੈ ਤੇ 2 ਗੱਲਾਂ ਆਉਂਦੀਆਂ ਨੇ, ਜੇ ਕਹਿੰਦੇ ਨੇ ਪਾਰਲੀਮੈਂਟ ਟੁੱਟੇਗੀ ਤੇ ਸਾਡੀ ਪਾਰਲੀਮੈਂਟ ਕਿਉਂਕਿ ਤੋੜੀ ਹੈ, ਤਾਂ ਮੇਰਾ ਇੱਕ ਸਵਾਲ ਹੈ ਕਿ ਅੱਜ ਤੱਕ ਐਸਜੀਪੀਸੀ ਨੇ ਬਤੌਰ ਪਾਰਲੀਮੈਂਟ ਕੰਮ ਕੀਤਾ ਕਿ ਇਜਲਾਸ ਸਮੇਂ-ਸਮੇਂ 3-3 4-4 ਹਰਸਿਮਰਤ ਸਿੰਘ ਜੀ ਪਤਾ ਕੀ ਚੱਕਰ ਹੈ, ਆਪਾਂ ਸਾਰੇ ਨਾ ਡਿਬੇਟ ਨੂੰ ਆਪਦੇ ਤਰੀਕੇ ਨਾਲ ਘੁਮਾ ਰਹੇ ਹਾਂ ਸਰ, ਮੈਂ ਨਹੀਂ ਘੁੰਮਣ ਦਊਂਗਾ। ਮੇਰਾ ਹਰਸਿਮਰਤ ਸਿੰਘ ਜੀ ਸਿੱਧਾ ਫੋਕਸ ਹੈ, ਮੇਰਾ ਸਵਾਲ ਹੈ ਅਮਰਪਾਲ ਸਿੰਘ ਦੇ ਜ਼ਰੀਏ ਸਾਰੇ ਆਦਾ ਏਜੰਡਾ ਸੈੱਟ ਕਰਦੇ ਪਿਆ, ਸਾਰੇ ਆਦਾ ਗੋਲ ਸੈੱਟ ਕਰਦੇ ਪਿਆ। ਅਮਰਪਾਲ ਸਿੰਘ ਪੰਥ ਵਿੱਚ ਏਕੇ ਦੇ ਲਈ ਕੀ ਕਰ ਰਿਹਾ ਹੁਣ ਤੱਕ, ਮੈਨੂੰ ਜਵਾਬ ਦਿਓ। ਮੈਂ ਆ ਰਿਹਾ ਮਿਸਟਰ ਬੁੱਟਰ।
ਏਕਾ हो जाएगा, लेकिन सवाल ये है कि जो मैं समझा कि सारे सैट नहीं कर रहे, अमृतपाल सिंह एजेंडा 5 ਦਾ सैट कर रहे, बाकी रिएक्ट कर रहे ने। हाँ इस गल बड़ी ध्यान समझिए। ਇਹ ਲਾਈਨ ਦੁਬਾਰਾ ਬੋਲਿਓ ਹਰਸਿਮਰਤ ਸਿੰਘ ਜੀ, ਦੁਬਾਰਾ ਬੋਲਿਓ ਲਾਈਨ, ਦੁਬਾਰਾ ਬੋਲਿਓ ਇਹੀ ਲਾਈਨ। ਅਮਰਤਪਾਲ ਸਿੰਘ ਸਾਰੇ ਸਪੰਥ ਦਾ ਵੱਖ-ਵੱਖ ਇੰਸਟੀਚਿਊਸ਼ਨਸ ਦਾ ਵੱਖ-ਵੱਖ ਕੰਮ ਕੀਤੇ ਜਾਣ ਕਰਨਾ ਕੰਮਾਂ ਦਾ ਏਜੰਡਾ ਸੈੱਟ ਕਰ ਰਿਹਾ, ਬਾਕੀ ਰਿਐਕਟ ਕਰ ਰਹੇ, ਬਾਕੀ ਰੈਸਟ ਕਰ ਰਹੇ। ਅੱਛਾ ਮੈਨੂੰ ਇਹ ਦੱਸੋ, ਅਮਰਪਾਲ ਸਿੰਘ ਜਿਹੜਾ ਸਿੱਖਾਂ ਦੇ ਨਾਲ ਬੇਇਨਸਾਫੀ ਹੋਈ ਹੈ, ਉਹਦਾ ਇਨਸਾਫ ਅਮਰਪਾਲ ਸਿੰਘ ਹੀ ਦਿਵਾਉ ਹੁਣ, ਬਸ ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਇਹ ਇਤਿਹਾਸ ਨੇ ਦਵਾਉਣਾ ਇੱਕ ਸਮੇਂ ਦੇ ਨਾਲ, ਸਮੇਂ ਦੇ ਵਿੱਚ ਇੱਕ ਬੰਦਾ ਸਾਹਮਣੇ ਆਇਆ ਹੈ, ਉਹ ਏਜੰਡਾ ਸੈੱਟ ਕਰ ਰਿਹਾ, ਉਹ ਪੋਲੀਟੀਕਲ ਏਜੰਡਾ ਸੈੱਟ ਕਰ ਰਿਹਾ, ਧਾਰਮਿਕ ਕਰ ਰਿਹਾ, ਜਿਹੜਾ ਸਾਰਾ ਸੋਸ਼ਲ ਏਜੰਡਾ ਸੈੱਟ ਕਰ ਰਿਹਾ, ਬਾਕੀ ਰਿਐਕਟ ਕਰ ਰਹੇ ਨੇ। ਚਲੋ ਠੀਕ ਹੈ, ਮੈਂ ਇੱਕ ਹੋਰ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਊਂਗਾ, ਬਾਕੀ ਮਹਿਮਾਨਾਂ ਕੋਲ ਜਾਵਾਂਗੇ। ਅਮਰਪਾਲ ਸਿੰਘ ਏਜੰਡਾ ਸੈੱਟ ਕਰ ਰਿਹਾ, ਬਾਕੀ ਰਿਐਕਟ ਕਰ ਰਹੇ, ਹਰਸਿਮਰਤ ਸਿੰਘ ਹਰਾਂ ਦੀ ਵੱਡੀ ਟਿੱਪਣੀ ਹੈ, ਵਾਪਸ ਆ ਰਹੇ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਥ ਤੋਂ ਪੋਲਿਟਿਕਸ ਤੱਕ ਅਮਰਪਾਲ ਸਿੰਘ ਜ਼ਰੀਏ ਕਿਹੜਾ ਏਜੰਡਾ ਸੈੱਟ ਹੋ ਰਿਹਾ? ਮੈਨੂੰ ਲੱਗਦਾ ਹੁਣ ਮੈਨੂੰ ਆਪਣਾ ਸਵਾਲ ਹੀ ਬਦਲਣਾ ਪਊਗਾ। ਮਿਸਟਰ ਬੁੱਟਰ, ਹਰਸਿਮਰਤ ਸਿੰਘ ਹਰਾਂ ਨੇ ਤਾਂ ਮੇਰਾ ਸਵਾਲ ਹੀ ਬਦਲਤਾ, ਉਹ ਕਹਿੰਦੇ ਅਮਰਪਾਲ ਸਿੰਘ ਏਜੰਡਾ ਸੈੱਟ ਕਰ ਰਿਹਾ, ਬਾਕੀ ਰਿਐਕਟ ਕਰਦੇ ਪਏ ਆ। ਬੁੱਟਰ ਸਾਹਿਬ, ਇਹਦੇ ਮੈਂ ਅਮਰਪਾਲ ਸਿੰਘ ਸਭ ਤੋਂ ਅੱਗੇ ਆ, ਕਿਸੇ ਹੋਰ ਦੀ ਗੱਲ ਨਾ ਸੁਣੋ, ਅਮਰਪਾਲ ਸਿੰਘ ਨੂੰ ਸੁਣੋ। ਮਿਸਟਰ ਬੁੱਟਰ ਫਟਾਫਟ ਬੋਲਿਓ ਪਲੀਜ਼। ਦੇਖੋ ਕਿ ਮਨੁੱਖ ਜਾਂ ਕੋਈ ਘਟਨਾ ਜਿਹੜੀ ਉਹ ਵੱਡੀ ਨਹੀਂ ਹੁੰਦੀ, ਵੱਡਾ ਹੁੰਦਾ ਸਿਧਾਂਤ ਜਿਹੜਾ ਉਸ ਘਟਨਾ ਜਾਂ ਮਨੁੱਖ ਦੇ ਪਿੱਛੇ ਖੜਾ ਹੁੰਦਾ। ਮੈਨੂੰ ਲੱਗਦਾ ਕਿ ਸਾਡੇ ਸਮਿਆਂ ਦਾ ਇੱਕ ਦੁਖਾਂਤ ਆ ਕਿ ਅਸੀਂ ਸੰਕਲਪ, ਸਿਧਾਂਤ ਜਾਂ ਵਿਚਾਰ ਦੇ ਉੱਤੇ ਫੋਕਸ ਕਰਨ ਦੀ ਥਾਂ ਘਟਨਾਵਾਂ ਜਾਂ ਮਨੁੱਖ ਦੇ ਉੱਤੇ ਫੋਕਸ ਕਰਦੇ ਆ, ਜਿਹਦੇ ਕਰਕੇ ਇਹ ਸਾਰੀਆਂ ਸਮੱਸਿਆਵਾਂ ਉਪਜਦੀਆਂ। ਮਿਸਾਲ ਦੇ ਤੌਰ ਤੇ ਬੰਦੀ ਸਿੰਘਾਂ ਦਾ ਮੋਰਚਾ ਇੰਨੇ ਦਿਨਾਂ ਤੋਂ ਚੱਲ ਰਿਹਾ ਆ, ਮੈਨੂੰ ਲੱਗਦਾ ਕਿ ਕਿਸੇ ਵੀ ਚੈਨਲ ਨੇ ਇੰਨੀ ਸੁਹਿਰਦਤਾ ਦੇ ਨਾਲ ਕੋਈ ਉਹਦੇ 9 ਵੱਖ-ਵੱਖ ਬੰਦੀ ਸਿੰਘ ਨੇ ਜਿਹੜੇ ਉਹ ਕਿੱਥੋਂ ਦੇ ਰਹਿਣ ਵਾਲੇ, ਕਿੰਨੀ ਦੇਰ ਤੋਂ ਜੇਲ੍ਹਾਂ 'ਚ ਬੰਦ ਨੇ, ਜਾਂ ਉਹ ਕਿਹੜੇ ਕਾਰਨ, ਕਿਹੜੇ ਉਹਨਾਂ ਨੇ ਜੇਲ੍ਹ ਯਾਤਰਾ ਦੌਰਾਨ ਕਿਹਨਾਂ ਆਫਤਾਂ ਦਾ ਜਾਂ ਕਿਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਕੀਤਾ, ਉਹਨਾਂ ਦੇ ਕਿਸੇ ਨੇ ਫੋਕਸ ਨਹੀਂ ਕੀਤਾ। ਫੋਕਸ ਕੀ ਹੁੰਦਾ? ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂਦੇ ਆ, ਉਹਨਾਂ ਨਾਲ ਕੁਝ ਬੰਦੇ ਆ ਬਦਕਲਾਮੀ ਕਰਦੇ ਆ, ਮੀਡੀਆ 'ਚ ਵੱਡੀਆਂ ਖਬਰਾਂ ਆ ਜਾਂਦੀਆਂ ਜੀ ਮੋਰਚੇ ਵਿੱਚ ਗਏ ਹਰਜਿੰਦਰ ਸਿੰਘ ਧਾਮੀ ਤੇ ਹਮਲਾ ਹੋ ਗਿਆ, ਸੋ ਉਸ ਤੋਂ ਬਾਅਦ ਲੰਬੀਆਂ ਡਿਬੇਟਾਂ ਚੱਲਦੀਆਂ। ਜਾਂ ਫਿਰ ਫੋਕਸ ਕੀ ਹੁੰਦਾ ਕਿ ਬੰਦੀ ਸਿੰਘਾਂ ਦੇ ਮੋਰਚੇ ਨਾਲ ਸੰਬੰਧਿਤ ਕੋਈ ਇੱਕ ਵਿਅਕਤੀ ਅਮਰਤਪਾਲ ਸਿੰਘ ਬਾਰੇ ਕੋਈ ਆਪਣੇ ਵਿਚਾਰ ਨਿੱਜੀ ਵਿਅਕਤੀਗਤ ਤੌਰ ਤੇ ਜ਼ਾਹਰ ਕਰ ਦਿੰਦਾ ਤੇ ਉਹਦੇ। ਚਲੋ ਬੁੱਟਰ ਸਾਹਿਬ ਮੈਂ ਤੁਹਾਡਾ ਸਵਾਲ ਇਹ ਕਿਦਾਂ ਰਿਹਾ ਬੁੱਟਰ ਸਾਹਿਬ, ਤੁਹਾਡਾ ਸਵਾਲ ਇਹ ਕਿਦਾਂ ਰਿਹਾ ਬੁੱਟਰ ਸਾਹਿਬ? ਤੁਸੀਂ ਕਹਿ ਰਹੇ ਹੋ ਕਿ ਵਿਅਕਤੀ ਵਿਸ਼ੇਸ਼ ਚਰਚਾ ਦਾ ਕੇਂਦਰ ਬਿੰਦੂ ਨਹੀਂ ਹੋਣਾ ਚਾਹੀਦਾ, ਸਿਧਾਂਤ ਕੇਂਦਰ ਬਿੰਦੂ ਹੋਣਾ ਚਾਹੀਦਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਜਿਹੜਾ ਸੰਕਲਪ ਵਿਚਾਰ ਆ ਉਹ ਵੱਡਾ ਹੁੰਦਾ। ਅਮਰਤਪਾਲ ਸਿੰਘ ਕਿਸ ਵਿਚਾਰ ਤੇ ਚੱਲ ਰਿਹਾ, ਤੁਸੀਂ ਉਸ ਵਿਚਾਰ ਦੇ ਮਾੜੇ ਚੰਗੇ ਪੱਖਾਂ ਦੇ ਉੱਤੇ ਡਿਬੇਟ ਕਰੋ, ਉਹਦੇ ਤੇ ਸੰਜੀ। ਜੇ ਕੋਈ ਖਾਲਿਸਤਾਨ ਦੀ ਡਿਬੇਟ, ਮੇਰੀ ਗੱਲ ਸੁਣ ਲਓ, ਜੇ ਅਮਰਤਪਾਲ ਸਿੰਘ ਆਪਾਂ ਕਹਿ ਰਹੇ ਆ ਕਿ ਉਹ ਵੱਖਰੇ ਰਾਜ ਦੀ ਜਾਂ ਪ੍ਰਭੂ ਸੱਤਾ ਦੀ ਜਾਂ ਖਾਲਿਸਤਾਨ ਦੀ ਗੱਲ ਕਰ ਰਿਹਾ, ਤਾਂ ਉਹਦੇ ਚੰਗੇ ਮਾੜੇ ਪੱਖਾਂ ਤੇ ਡਿਬੇਟ ਹੋਵੇ। ਚਲੋ ਮੈਂ ਇੱਕ ਸਵਾਲ ਕਰਦਾ ਬੁੱਟਰ ਸਾਹਿਬ, ਮੈਂ ਇੱਕ ਸਵਾਲ ਕਰਦਾ ਤੁਹਾਨੂੰ, ਇੱਕ ਸਵਾਲ ਕਰਦਾ ਬੁੱਟਰ ਸਾਹਿਬ, ਉਹਦਾ ਜਵਾਬ ਦੇ ਦਿਓ। ਤੁਸੀਂ ਇੱਕ ਮਿੰਟ ਸੁਣ ਤਾਂ ਲਓ ਨਾ ਬੁੱਟਰ ਸਾਹਿਬ, ਸਵਾਲ ਤਾਂ ਸੁਣ ਲੈਣਾ। ਬੁੱਟਰ ਸਾਹਿਬ ਸਵਾਲ ਸੁਣ ਲਓ। ਤੁਸੀਂ ਕਹਿ ਰਹੇ ਅਮਰਤਪਾਲ ਸਿੰਘ ਦੇ ਚੰਗੇ ਮਾੜੇ ਵਿਚਾਰਾਂ ਤੇ ਗੱਲ ਹੋਣੀ ਚਾਹੀਦੀ ਹੈ। ਮੇਰਾ ਸਵਾਲ ਹੈ, ਅਮਰਤਪਾਲ ਸਿੰਘ ਜਦੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਧਮਕੀ ਦਿੰਦਾ, ਕੀ ਉਹ ਸਹੀ ਹੈ ਮਿਸਟਰ ਬੁੱਟਰ? ਨਹੀਂ, ਦੇਖੋ ਅਸੀਂ ਜਿਹੜੇ ਢਾਂਚੇ 'ਚ ਰਹਿ ਰਹੇ ਹੁੰਦੇ ਆ ਨਾ, ਦੋ ਗੱਲਾਂ ਹੁੰਦੀਆਂ। ਜਾਂ ਤੇ ਤੁਸੀਂ ਕੋਈ ਮਨੁੱਖ ਜਦੋਂ ਲੜਦਾ ਕਿਸੇ ਸਟੇਟ ਦੇ ਨਾਲ, ਜਾਂ ਤੇ ਉਹ ਬਾਗੀ ਬਣ ਕੇ ਲੜਦਾ। ਜਦੋਂ ਬਾਗੀ ਬਣ ਕੇ ਲੜਦਾ, ਫਿਰ ਉਹ ਸਟੇਟ ਦੇ ਧੱਕੇ, ਸਟੇਟ ਦੀ ਹਰ ਤਰ੍ਹਾਂ ਦੀ ਜਿਹੜੀ ਆ ਜਬਰ, ਉਹਨੂੰ ਸਹਿਣ ਲਈ ਉਹਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਉਹਨੂੰ ਤਿਆਰ ਰਹਿਣਾ ਚਾਹੀਦਾ। ਦੂਜਾ ਤਰੀਕਾ ਹੁੰਦਾ ਸਟੇਟ ਦੇ ਢਾਂਚੇ ਦੇ ਵਿੱਚ ਰਹਿ ਕੇ ਲੜਨਾ, ਜਮਹੂਰੀ ਤਰੀਕੇ ਨਾਲ ਲੜਨਾ। ਜਿਸ ਤਰੀਕੇ ਸਿਮਰਨਜੀਤ ਸਿੰਘ ਮਾਨ ਵਰਗੇ ਆ, ਜਾਂ ਭਾਈ ਅਮਰ ਸਿੰਘ ਚਾਹਲ ਹੋਰੀ, ਇਹ ਵੀ ਇੱਕ ਢਾਂਚੇ 'ਚ ਜਿਹੜੇ ਬੰਦੀ ਸਿੰਘਾਂ ਦੀ ਜਾਂ ਖਾੜਕੂਆਂ ਦੀ ਪੈਰਵਾਈ ਕਰਦੇ ਰਹੇ, ਹੋਰ ਬਹੁਤ ਸਾਰੇ ਕਰ ਰਹੇ ਆ। ਸੋ ਦੋ ਵੱਖੋ-ਵੱਖ ਤਰ੍ਹਾਂ ਦੇ ਆਪਣੇ। ਚਲੋ ਠੀਕ ਹੈ ਬੁੱਟਰ ਸਾਹਿਬ, ਹੁਣ ਰੁਕ ਜਾਓ ਪਲੀਜ਼, ਹੁਣ ਰੁਕ ਜਾਓ। ਹਰਸਿਮਰਤ ਸਿੰਘ ਜੀ, ਅਮਰਪਾਲ ਸਿੰਘ ਨੂੰ ਬਾਗੀ ਮੰਨੀਏ ਅਸੀਂ? ਨਹੀਂ, ਬਾਗੀ ਨਹੀਂ ਮੰਨਣਾ ਚਾਹੀਦਾ ਜੀ। ਬਾਕੀ ਸਟੇਟ ਦਾ ਬਾਗੀ ਨਹੀਂ ਹੈਗਾ, ਉਹ ਵਿਚਾਰਾਂ ਲੜਾਈ ਲੜ ਰਿਹਾ ਹੈ। ਮੇਰੀ ਗੱਲ ਧਿਆਨ ਨਾਲ ਸੁਣੋ। ਉਹ ਸਿਧਾਂਤ ਹਰਸਿਮਰਤ ਜੀ ਇੱਕ ਮਿੰਟ ਸੁਣ ਲਓ। ਉਹ ਵਿਚਾਰਾਂ ਦੀ ਲੜਾਈ ਲੜ ਰਿਹਾ ਹੈ, ਹਥਿਆਰਾਂ ਨਾਲ ਲੜ ਰਿਹਾ? ਬਿਲਕੁਲ ਨਹੀਂ ਲੜ ਰਿਹਾ ਹਥਿਆਰਾਂ ਨਾਲ। ਉਹ ਕਹਿ ਰਿਹਾ ਮੈਂ ਹਥਿਆਰਾਂ ਨਾਲ ਲੜਾਈ ਨਹੀਂ ਲੜ ਰਿਹਾ। ਉਹ ਸਿਰਫ ਹਥਿਆਰ ਸਿਰਫ ਡਿਫੈਂਸ ਵਾਸਤੇ ਨੇ। ਜਦੋਂ ਸਾਰੀਆਂ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਰਾਜ, ਈਵਨ ਅਕਾਲ ਤਖਤ ਜਥੇਦਾਰ ਸਰਕਾਰੀ ਸਿਕਿਉਰਿਟੀ ਲੈ ਕੇ ਚੱਲਦੇ, ਤੇ ਜਿਹਦੇ ਕੋਲ ਸਿਕਿਉਰਿਟੀ ਤਾਂ ਹੋ ਕੀ ਗਿਆ? ਸਵਾਲ ਇਹ ਵੀ ਆਪਾਂ ਉਹਦੀ ਨਹੀਂ, ਉਹ ਤਾਂ ਕਹਿੰਦੇ ਸਰਕਾਰੀ ਸਿਕਿਉਰਿਟੀ ਮੈਨੂੰ ਚਾਹੀਦੀ ਨਹੀਂ। ਨਾਲ ਲਵੇ ਜੀ, ਨਾਲ ਇਟ ਇਜ਼ ਅਪ ਟੂ ਹਿਮ। ਸਵਾਲ ਇਹ ਵੀ ਅਗਰ 4 ਬੰਦੂਕਾਂ ਉਹਦੇ ਕੋਲ ਨੇ ਤਾਂ ਉਸੇ ਨਹਾਲ ਕਿਉਂ ਪਾਇਆ ਹੋਇਆ? ਨਾ ਉਹਨੇ ਅਮਿਤ ਸ਼ਾਹ ਨੂੰ ਵਿਗਾੜਿਆ,
ਨਾ ਸਟੇਟ ਦੇ ਜਿਹੜੇ ਉਸ ਤੋਂ ਬਾਹਰ ਗਿਆ ਹੈ, ਉਹ ਇੱਕ ਤਾਂ ਲੜਾਈ ਬਣਾ ਰਿਹਾ ਹੈ, ਸਾਰੇ ਉਸ ਨੂੰ ਰਿਐਕਟ ਕਰ ਰਹੇ ਨੇ, ਇਵਨ ਜਥੇਦਾਰ ਸਾਹਿਬ ਉਸ ਨੂੰ ਰਿਐਕਟ ਕਰ ਰਹੇ ਨੇ। ਜਥੇਦਾਰ ਸਾਹਿਬ ਉਹਨਾਂ ਨੇ ਕਿਉਂ ਅੱਜ ਤੱਕ ਕੋਈ ਕਮੇਟੀ ਨਹੀਂ ਬਣਾਈਆਂ? ਨਹੀਂ, ਅਮਰਤਪਾਲ ਸਿੰਘ ਨੇ ਇੱਕ ਹੋਰ ਗੱਲ ਕਹੀ ਨਾ ਵੀ ਸਾਰੇ ਜ਼ਿੰਮੇਵਾਰੀ ਮੈਂ ਥੋੜੀ ਚੱਕ ਸਕਦਾ। ਪੰਥ ਦੀ ਹੈ, ਸੱਭਿਆਚਾਰਕ ਨੀਤੀ ਹੈ, ਪੋਲੀਟੀਕਲ ਕ੍ਰਾਈਸਿਸ ਹੈ, ਰਿਲੀਜੀਅਸ ਕ੍ਰਾਈਸਿਸ ਹੈ, ਇੰਸਟੀਟਿਊਸ਼ਨਲ ਕ੍ਰਾਈਸਿਸ ਹੈ। ਚਲੋ ਮੈਨੂੰ ਇਹ ਦੱਸ ਦਿਓ ਹਰਸਿਮਰਤ ਸਿੰਘ ਜੀ, ਤੁਸੀਂ ਤਾਂ ਮਿਲਦੇ ਰਹਿੰਦੇ ਹੋਗੇ ਅਮਰਤਪਾਲ ਸਿੰਘ ਨੂੰ, ਅਮਰਤਪਾਲ ਸਿੰਘ ਤੇ ਕੋਈ ਪ੍ਰੈਸ਼ਰ ਤਾਂ ਨਹੀਂ ਹੈਗਾ? ਨਹੀਂ, ਮੈਂ ਪ੍ਰੈਸ਼ਰ ਹੋਣਾ, ਆਈ ਕਾਂਟ ਸਪੀਕ ਵਿਦ ਅਥਾਰਟੀਜ਼। ਅਗਰ ਬੰਦਾ ਜੋ ਕੋਈ ਫੇਸ ਨਜ਼ਰ ਆਉਂਦਾ ਮੈਂ ਤਾਂ ਉਹਦੀ ਗੱਲ ਕਰਦਾ। ਚਲੋ ਠੀਕ ਹੈ। ਚਾਹਲ ਸਾਹਿਬ ਅਮਰਤਪਾਲ ਇੱਕ ਮਿੰਟ ਆ ਰਿਹਾ ਧਾਰਨੀ ਸਾਹਿਬ। ਚਾਹਲ ਸਾਹਿਬ, ਅਮਰਤਪਾਲ ਸਿੰਘ ਪੰਥ ਦੀ ਕੌਮ ਦੀ ਅਗਵਾਈ ਕਰ ਸਕਦਾ ਤੇ ਅਮਰਤਪਾਲ ਸਿੰਘ ਉਹਨਾਂ ਮੁੱਦਿਆਂ ਨੂੰ ਉਭਾਰ ਸਕਦਾ ਜਿਹੜੇ ਮੁੱਦੇ ਆ ਸਰਕਾਰਾਂ ਨੇ ਜਾਂ ਸਟੇਟ ਨੇ ਉਹਨਾਂ ਦਾ ਇਨਸਾਫ ਨਹੀਂ ਦਿੱਤਾ। ਚਾਹਲ ਸਾਹਿਬ, ਤੁਹਾਡੀ ਟਿੱਪਣੀ। ਦੇਖੋ, ਇਹ ਗੱਲ ਕਹਿ ਦੇਣੀ ਵੀ ਪੰਥ ਦੀ ਜ਼ਿੰਮੇਵਾਰੀ ਇੱਕ ਆਦਮੀ ਲੈ ਲੇ ਜਾਂ ਲੈ ਸਕਦਾ, ਇਹ ਗਲਤ ਹੈ। ਆਪਾਂ ਹੁਣੇ ਗੱਲ ਕਰ ਰਹੇ ਹਾਂ ਵੀ ਪੰਥ ਦੇ ਸੁਹਿਰਦ ਲੋਕ ਪੰਥ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹਨੂੰ ਦੂਰ ਕਰਨ ਦੇ ਮੁੱਦਿਆਂ ਦੇ ਅਨੁਸਾਰ ਕੰਮ ਕਰ ਰਹੇ ਨੇ। ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੀ ਮਾਨਤਾ ਹੋਏਗੀ, ਅੱਗੇ ਵੀ ਹੁੰਦੀ ਆਈ ਏ। ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਲੋਕੀ ਥੁੱਕ ਦਿੰਦੇ ਨੇ। ਸਾਡੇ ਸਾਹਮਣੇ ਇਤਿਹਾਸ ਰਚਿਆ ਜਾਂਦਾ ਰਿਹਾ ਏ। ਇਸ ਕਰਕੇ ਅਸੀਂ ਉਸ ਗੱਲ ਤੇ ਇਹ ਗੱਲ ਕਹੀ ਵੀ ਕੱਲਾ ਅਮਰਤਪਾਲ ਸਿੰਘ ਜਿਹੜਾ ਸਿੱਖਾਂ ਦੀਆਂ ਮੁਸ਼ਕਲਾਂ ਦੂਰ ਕਰ ਦੇਗਾ, ਇਹ ਗੱਲ ਨਹੀਂ ਕਹਿਣੀ ਚਾਹੀਦੀ, ਨਾ ਹੋ ਹੀ ਸਕਦੀ ਆ। ਅਮਰਤਪਾਲ ਸਿੰਘ ਜਾਂ ਜਗਤਾਰ ਸਿੰਘ ਹਵਾਰਾ ਇਹ ਪੰਥ ਨੂੰ ਇੱਕ ਪੁਆਇੰਟ ਤੇ ਲਿਆਉਣ ਲਈ ਚਾਹੇ ਇਕੱਠੇ ਕਰਨ ਲਈ ਇਸ ਵੇਲੇ ਮੇਜਰ ਫੈਕਟਰਸ ਨੇ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚਾਲ ਸਾਹਿਬ ਇਹਦੇ ਵਿੱਚ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਈਨਸ ਕਰਕੇ ਦੇਖਦੇ ਪਏ ਹੋ, ਐਸਜੀਪੀਸੀ ਨੂੰ ਮਾਈਨਸ ਕਰਕੇ ਦੇਖਦੇ ਪਏ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀਆਂ ਹੋਰ ਤਰ੍ਹਾਂ ਹੈਗੀਆਂ ਉਹਨਾਂ ਨੂੰ ਮਾਈਨਸ ਕਰਕੇ ਦੇਖਦੇ ਪਏ ਹੋ, ਅਮਰਤਪਾਲ ਸਿੰਘ ਤੇ ਮਿਸਟਰ ਹਵਾਰਾ ਨੂੰ ਤੁਸੀਂ ਅੱਗੇ ਕਰਕੇ ਦੇਖਦੇ ਪਏ ਹੋ। ਦੇਖੋ, ਜੋ ਤੁਸੀਂ ਜਿਨ੍ਹਾਂ ਦੇ ਨਾਂ ਲੈ ਰਹੇ, ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ ਲੀਰੋ ਲੀਰ ਹੋ ਗਈ। ਮੈਂ ਜ਼ਿੰਮੇਵਾਰ ਨਹੀਂ, ਕੌਣ ਜ਼ਿੰਮੇਵਾਰ ਹੈ? ਦੱਸਣ ਲੋਕ ਜਿਨ੍ਹਾਂ ਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਤੇ ਵੀ ਇਹ ਕਿਉਂ ਟੁੱਟੀ ਹੈ। ਇਹਨਾਂ ਦੀ ਡਿਊਟੀ ਬਣਦੀ ਹੈ। ਜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਸਾਹਿਬ ਹੈ ਉਹ ਕਿਉਂ ਜਿਹੜਾ ਹੈ ਨਾਨ ਫੰਕਸ਼ਨਿੰਗ ਹੋ ਗਿਆ, ਇਹਨਾਂ ਦੀ ਆਪਣੀ ਕਮੇਟੀ ਦੀ ਰਿਪੋਰਟ ਆ ਗਈ ਹੈ ਕਿ ਇਹ ਜਿਹੜੀ ਲੀਡਰਸ਼ਿਪ ਬਦਲਣੀ ਪੈਗੀ। ਇਹ ਕਿਉਂ ਨਹੀਂ ਬਦਲ ਰਹੇ? मैं एक सवाल करना चाहता साहब, एक सवाल करना, आखिरी सवाल तुहानू करना है, मैं आखिरी सवाल करना है, एक आखिरी सवाल करना मैं चाल साहब तुहानू, चाल साहब कौन जिम्मेवार है? चाल साहब एक आखिरी सवाल तुहानू करना चाहना, चाल साहब बहुत संक्षेप में जवाब दे दियो। चाल साहब बहुत संक्षेप में जवाब दे दियो। अमरतपाल सिंह दे एजेंडे विच सैट होना जां अमरतपाल सिंह दे एजेंडे नाल तुरना सारियां तरह दी मजबूरी है इस वक्त? चाल साहब बिल्कुल नहीं मजबूरी, वो किसी नूं मजबूर नहीं कर रहा। ਉਹ ਆਪਣੇ ਏਜੰਡੇ ਨੂੰ ਇਸ ਕਰਕੇ ਲੈ ਰਿਹਾ ਵੀ ਪਹਿਲੇ ਸਿੱਖਾਂ ਦੀ ਜਿਹੜੀ ਰਾਜਨੀਤਿਕ ਦੇ ਤੌਰ ਤੇ ਜਾਂ ਜਿਹੜੀ ਧਾਰਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਗਿਰਾਵਟ ਆਈ ਹੈ ਉਹਨੂੰ ਸਿਧਾਂਤਕ ਤੌਰ ਤੇ ਠੀਕ ਕਰਨਾ ਹੈ। ਚਲੋ ਕਰ ਰਿਹਾ ਹੈ। ਠੀਕ ਹੈ ਚਾਲ ਸਾਹਿਬ, ਠੀਕ ਹੈ ਸਰ। ਜਿਹੜੇ ਦੂਜੇ ਲੋਕ ਨੇ ਉਹ ਕਿਉਂ ਰੌਲਾ ਪਾਉਂਦੇ ਨੇ? ਠੀਕ ਹੈ, ਉਹ ਤਾਂ ਆਪਣੇ ਸਿਧਾਂਤ ਦੀ ਗੱਲ ਕਰਦਾ ਹੈ। ਧਾਰਨੀ ਸਾਹਿਬ ਠੀਕ ਹੈ, ਧਾਰਨੀ ਸਾਹਿਬ ਠੀਕ ਹੈ, ਧਾਰਨੀ ਸਾਹਿਬ ਇਹ ਤਿੰਨੇ ਜਿਹੜੇ ਸਾਡੇ ਕੋਲ ਬਾਕੀ ਮਹਿਮਾਨ ਬੈਠੇ ਉਹਨਾਂ ਦੀ ਟਿੱਪਣੀਆਂ ਤੁਸੀਂ ਸੁਣ ਲਈਆਂ। ਧਾਰਨੀ ਸਾਹਿਬ ਆਖਰੀ ਕਮੈਂਟ ਤੁਹਾਡਾ ਚਾਹੁੰਦਾ 30 ਸੈਕਿੰਡ ਦੇ ਵਿੱਚ। ਅਮਰਤਪਾਲ ਸਿੰਘ ਦਾ ਏਜੰਡਾ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਰੂਪ ਵਿੱਚ ਮਨਜ਼ੂਰ ਹੈ ਜਾਂ ਅੰਸ਼ਿਕ ਰੂਪ ਵਿੱਚ ਅਕਾਲੀ ਦਲ ਸਹਿਮਤ ਹੈ? ਨਹੀਂ, ਦੇਖੋ ਉਹਨਾਂ ਦਾ ਆਪਣਾ ਏਜੰਡਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਹੈ, ਉਹਦਾ ਆਪਣਾ ਏਜੰਡਾ ਹੈਗਾ। ਜਿੱਥੋਂ ਤੱਕ ਹਰਸਿਮਰਨ ਸਿੰਘ ਦੀ ਗੱਲ ਹੈਗੀ ਆ, ਇਹਨਾਂ ਦੇ ਪਹਿਲੇ ਨੋਟ ਦੇ ਵਿੱਚ ਕਹੀਆਂ ਵੀ ਗੱਲਾਂ ਜਿਹੜੀਆਂ ਹੈਗੀਆਂ ਦੁਬਾਰਾ ਰਿਪੀਟ ਕਰਕੇ ਸੁਣ ਲਿਓ। ਇਹਨਾਂ ਨੇ ਕਿਹਾ ਕਿ ਇੱਕ ਉਹ ਸ਼ਖਸੀਅਤ, ਬਹੁਤ ਪੱਕੀ ਸ਼ਖਸੀਅਤ ਜਿਹਦਾ ਇੱਕ ਜਿਹੜਾ ਹੈਗਾ ਮਿਲੀਟੈਂਟ ਰੂਪ ਵੀ ਹੈਗਾ, ਇੱਕ ਰਿਲੀਜੀਅਸ ਰੂਪ ਵੀ ਹੈਗਾ, ਇੱਕ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਰੂਪ ਵੀ ਹੈਗਾ। ਔਰ ਦੂਜੀ ਗੱਲ, ਜਿੱਥੋਂ ਤੱਕ ਅਮਰਿਤ ਸਿੰਘ ਚਾਹਲ ਸਾਹਿਬ ਦੀ ਗੱਲ ਹੈਗੀ ਆ, ਦੇਖੋ ਇਹਨਾਂ ਦਾ ਆਪਣਾ ਗੋਲ ਹੋ ਸਕਦਾ ਹੈ। ਇਹ ਕੀ ਚਾਹੁੰਦੇ ਹੈਗੇ ਆ, ਇਹਨਾਂ ਦੀ ਆਪਣੀ ਸੋਚ ਹੈਗੀ ਆ, ਆਪਣੇ ਮੁਤਾਬਕ ਇਹ ਚੱਲਦੇ ਹੈਗੇ ਆ। ਇੱਕ ਚੁਣੀ ਵੀ ਪਾਰਟੀ ਆਪਣਾ ਜਿਹੜਾ ਹੈਗਾ ਐਸਜੀਪੀਸੀ, ਇੱਕ ਤਖਤ ਦੇ ਜਥੇਦਾਰ ਸਾਹਿਬ ਔਰ ਉਹਦੇ ਪੈਰਲਲ ਇਹ ਜਿਹੜੇ ਹੈਗੇ ਆ ਇਹ ਕੰਮ ਕਰ ਰਹੇ ਹੈਗੇ। ਧਾਰਨੀ ਸਾਹਿਬ ਆਪਾਂ ਟਿੱਪਣੀ ਪਹਿਲਾਂ ਵੀ ਕਰ ਚੁੱਕੇ, ਇੱਕ ਸਵਾਲ ਲੈ ਲਓ। ਧਾਰਨੀ ਸਾਹਿਬ ਇੱਕ ਸਵਾਲ ਲੈ ਲਓ। ਧਾਰਨੀ ਸਾਹਿਬ ਇੱਕ ਸਵਾਲ ਲੈ ਲਓ। ਧਾਰਨੀ ਸਾਹਿਬ, ਅਮਰਤਪਾਲ ਅਕਾਲੀ ਦਲ ਦਾ ਗੋਲ ਖਰਾਬ ਤਾਂ ਨਹੀਂ ਕਰ ਦੂਗਾ? ਬਿਲਕੁਲ ਨਹੀਂ ਖਰਾਬ ਕਰ ਸਕਦਾ। ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਕਿਸੇ ਕਿਸਮ ਦਾ। ਚਲੋ, ਉਹ ਆਪਣਾ ਉਹਦਾ ਗੋਲ ਹੈਗਾ, ਜੋ ਮਰਜ਼ੀ ਕਰੇ। ਹਰੇਕ ਬੰਦੇ ਨੂੰ ਇਸ ਲੋਕਤੰਤਰ ਦੇ ਵਿੱਚ ਆਪਣਾ ਗੱਲ ਕਹਿਣ ਦਾ ਹੱਕ ਹੈਗਾ। ਪਰ ਜਿਹੜੀਆਂ ਉਹਨਾਂ ਦੀਆਂ ਆਪ ਦੀਆਂ ਗੱਲਾਂ ਹੈਗੀਆਂ ਉਹ ਪਹਿਲੇ ਦਿਨ ਕੁਝ ਹੋਰ ਸੀ, ਬਾਅਦ ਦੇ ਵਿੱਚ ਕੁਝ ਹੋਰ ਸੀ। ਆਉਣ ਵਾਲੇ ਟਾਈਮ 'ਚ ਕੀ ਹੋਣਗੇ ਪਤਾ ਨਹੀਂ। ਹਰਸਿਮਰਨ ਸਿੰਘ ਜੀ ਫਟਾਫਟ ਬੋਲਿਓ ਪਲੀਜ਼, ਜਲਦੀ।
ਮੈਂ ਇਹ ਕਹਿਣਾ ਜਾਂ ਮੈਂ ਅਮਰ ਸਿੰਘ ਚਾਹਲ ਨਾਲ ਬਿਲਕੁਲ 100% ਸਹਿਮਤ ਹਾਂ ਕਿ ਇਸ ਲਈ ਦੋ ਐਮਰਜੈਂਸ ਹੋਈਆਂ ਨੇ। ਜਗਤਾਰ ਸਿੰਘ ਹਵਾਰਾ ਦੀ ਸ਼ਖਸੀਅਤ ਕੌਮੀ ਇਨਸਾਫ ਮੋਰਚਾ ਤੇ ਭਾਈ ਅਮਰਤਪਾਲ ਸਿੰਘ ਦਾ, ਜਿਸ ਦੇ ਨਾਲ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਜੁੜ ਜਾਣਾ ਕੁਦਰਤੀ ਸੁਭਾਵਕ ਹੋ ਗਿਆ। ਔਰ ਇਸ ਦੇ ਵਿੱਚ ਨਵੀਂ ਲੀਡਰਸ਼ਿਪ ਨਿਕਲੇਗੀ, ਨਵੀਂ ਲਹਿਰ ਨਿਕਲੇਗੀ। ਅਕਾਲੀ ਦਲ ਜੇਕਰ ਨਹੀਂ ਸੁਧਰੇਗਾ, ਨਹੀਂ ਆਪਣੇ ਸੁਧਾਰ ਲਿਆਏਗਾ, ਨਹੀਂ ਸੰਘਰਸ਼ ਕਰੇਗਾ, ਜਾਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨਹੀਂ ਕਰੇਗਾ ਤੇ ਪਿੱਛੇ ਰਹਿ ਜਾਏਗਾ। ਨਹੀਂ, ਅਮਰਤਪਾਲ ਸਿੰਘ ਦਾ ਏਜੰਡਾ ਅਕਾਲੀ ਦਲ ਨੂੰ ਸਬਕ ਸਿਖਾਉਣਾ। ਨਹੀਂ ਸਬਕ ਸਿਖਾਉਣਾ ਨਹੀਂ ਮੈਂ ਕਹਿ ਰਿਹਾ। ਮੈਂ ਕਿਹਾ ਅਗਰ ਅਕਾਲੀ ਆਪਣੇ ਆਪ ਨੂੰ ਪੁਨਰ ਸੁਜੀਤ ਨਹੀਂ ਕਰ ਸਕੇਗਾ, ਜਿਵੇਂ ਧਾਰਨੀ ਸਾਹਿਬ ਕਹਿ ਰਹੇ ਨੇ, ਅਗਰ ਨਹੀਂ ਕਰ ਸਕੇਗਾ ਤੇ ਅਕਾਲੀ ਦਲ ਪਿੱਛੇ ਰਹਿ ਜਾਏਗਾ। ਆਫਟਰ ਸਿੱਖ ਰਾਜ ਨਹੀਂ, ਤੁਸੀਂ ਹਰਸਿਮਰਤ ਸਿੰਘ ਜੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅਮਰਤਪਾਲ ਸਿੰਘ ਦੇ ਨਾਲ ਤੁਰ ਪਵੇ ਅਕਾਲੀ ਦਲ? ਮੈਂ ਨਹੀਂ ਕਹਿ ਰਿਹਾ ਜੀ। ਅਕਾਲੀ ਦਲ ਨੇ ਫੈਸਲਾ ਤੋੜਨਾ ਕਿ ਨਹੀਂ ਤੋੜਨਾ, ਹਿਸਟੋਰੀਕਲ ਫੋਰਸ ਹੀ ਇਹਨਾਂ ਤੇ 4 ਬੰਦਿਆਂ ਨੂੰ ਉਭਾਰ ਰਹੀਆਂ ਨੇ। ਉਹਨਾਂ ਹਿਸਟੋਰੀਕਲ ਚਲੋ ਮੈਂ ਵਕਤ ਹੁਣ ਇੰਨਾ ਹੀ ਹੈ। ਬਹੁਤ ਧੰਨਵਾਦ ਹਰਸਿਮਰਤ ਸਿੰਘ ਤੁਹਾਡਾ, ਅਮਰ ਸਿੰਘ ਚਾਹਲ ਤੁਹਾਡਾ ਬਹੁਤ ਧੰਨਵਾਦ, ਤਲਵੰਤ ਸਿੰਘ ਬੁੱਟਰ ਤੁਹਾਡਾ ਬਹੁਤ ਧੰਨਵਾਦ, ਅਮਰਜੀਤ ਸਿੰਘ ਧਾਰਨੀ ਤੁਹਾਡਾ ਬਹੁਤ ਧੰਨਵਾਦ। ਅਮਰਤਪਾਲ ਸਿੰਘ ਅਜਨਾਲਾ ਕਾਂਡ ਅਸਲਾ ਲਾਇਸੈਂਸ ਅੱਗੇ ਕੀ ਹੈ, ਇਹ ਡਿਬੇਟ ਤੁਹਾਨੂੰ ਦੱਸਣ ਲਈ ਕਾਫੀ ਹੋਊਗੀ ਅੱਗੇ ਕੀ ਹੈ। ਇਸ ਤੋਂ ਬਾਅਦ ਇਸੇ ਮੁੱਦੇ ਦੇ ਉੱਤੇ ਪੋਲੀਟੀਕਲ ਡਿਬੇਟ ਵੀ ਕਰਾਂਗੇ, ਜਲਦ ਲੈ ਕੇ ਆਊਂਗਾ। ਬਹੁਤ ਧੰਨਵਾਦ।